ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਤੁਹਾਡਾ ਸਾਰਿਆਂ ਦਾ ਹੀ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਬਹੁਤ ਸਵਾਗਤ। ਮੈਂ ਜੋਗਰਾਜ ਸਿੰਘ ਕਾਲੂ। ਅੱਜ ਦੇ ਪ੍ਰੋਗਰਾਮ ਪ੍ਰਾਈਮ ਕੈਨੇਡਾ 'ਚ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਵੀਕਐਂਡ ਤੋਂ ਬਾਅਦ ਅੱਜ ਦਾ ਇਹ ਸੋਮਵਾਰ ਦੇ ਦਿਨ ਪਹਿਲਾ ਪ੍ਰੋਗਰਾਮ ਹੁੰਦਾ ਤੇ ਕੋਸ਼ਿਸ਼ ਹੁੰਦੀ ਹੈ ਕਿ ਬਈ ਜੋ ਵੱਡੀਆਂ ਖਬਰਾਂ ਨੇ ਵੀਕਐਂਡ ਦੇ ਉੱਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਪ੍ਰਭਾਵ ਪਾਉਣਾ ਉਹ ਸਾਰੀਆਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰੀਏ, ਜਿਹਦੇ ਵਿੱਚ ਅੰਤਰਰਾਸ਼ਟਰੀ ਖਬਰਾਂ ਦੇ ਨਾਲ ਕੈਨੇਡੀਅਨ ਪੋਲੀਟਿਕਸ ਦਾ ਕੀ ਰੁਝਾਨ ਹੈ, ਕੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ 'ਚ ਹੋ ਸਕਦਾ। ਸੋ ਇਦਾਂ ਦੇ ਇਸ਼ੂਜ਼ ਜ਼ਿਆਦਾਤਰ ਪੋਲੀਟੀਕਲ ਤੌਰ 'ਤੇ ਨਾਲ ਵਰਲਡ ਨਿਊਜ਼ ਪ੍ਰੋਗਰਾਮ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੀਦੀ ਆ। ਗਰੇਵਾਲ ਸਾਹਿਬ ਨਾਲ ਨੇ, ਉਹਨਾਂ ਕੋਲ ਪੁੱਛਦੇ ਹਾਂ ਕਿ ਅੱਜ ਦੀਆਂ ਕੀ ਨਵੀਆਂ ਤਾਜ਼ੀਆਂ ਨੇ। ਬਈ US ਦੇ ਵਿੱਚ ਚੋਣਾਂ ਦਾ ਬਹੁਤ ਰੌਲਾ ਰੱਪਾ, ਕੀ ਉਹਨੂੰ ਲੈ ਕੇ ਤਿਆਰੀਆਂ ਨੇ, ਕੌਣ ਜਿੱਤੇਗਾ ਕੌਣ ਹਾਰੇਗਾ, ਇਹ ਤੇ ਜੇ ਫੈਸਲਾ ਵੋਟਾਂ ਤੋਂ ਬਾਅਦ ਹੋਣਾ, ਪਰ ਉਹਦੀਆਂ ਪ੍ਰੀ ਤਿਆਰੀਆਂ ਕਿਵੇਂ ਦੀਆਂ ਚੱਲਦੀਆਂ ਪਈਆਂ ਨੇ, ਕੌਣ ਹਿੱਸੇਦਾਰ ਆ, ਕੌਣ ਫਰਕ ਕਿੰਨਾਂ ਨੂੰ ਪਾਵੇਗਾ, ਕਿਵੇਂ ਦਾ ਫਰਕ ਪਏਗਾ, ਦੁਨੀਆ ਦਾ ਇਸ ਪਾਸੇ ਧਿਆਨ ਕਿਉਂ ਆ। ਨਾਲ ਕੁਝ ਕੈਨੇਡੀਅਨ ਖਬਰਾਂ ਨੇ, ਉਹਨਾਂ ਨੂੰ ਵੀ ਜੋੜਾਂਗੇ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ, ਧੰਨਵਾਦ। ਮੈਂ ਨਾ ਆਪਾਂ ਅਮਰੀਕਾ ਵਾਲੇ ਪਾਸਿਓਂ ਸ਼ੁਰੂਆਤ ਕਰ ਲਈਏ। ਓਕੇ, ਉਸ ਤੋਂ ਪਹਿਲਾਂ ਇੱਕ ਗੱਲ ਹੋਰ ਕਰ ਲਈਏ। ਅੱਛਾ ਜੀ। ਇੱਕ ਤੰਗੀ ਜਿਹੜੀ ਆ ਉਹ ਭਾਰਤ ਵਾਲੇ ਬੰਨੇ ਵੀ ਆਉਂਦੀ ਆ ਤੇ ਕੈਨੇਡਾ ਵਾਲੇ ਬੰਨੇ ਵੀ ਆਉਂਦੀ ਆ, ਹੋਰ ਥਾਵਾਂ ਤੇ ਵੀ ਆਉਂਦੀ ਆ। ਉਹ ਜਦੋਂ ਸਮਾਂ ਬਦਲਦਾ, ਸੁੱਤਿਆਂ ਘੜੀ ਦੇ ਵਿੱਚ ਸਮਾਂ 1 ਘੰਟਾ ਪਿੱਛੇ ਹੋ ਜਾਂਦਾ ਤੇ ਸਵੇਰੇ ਉੱਠ ਕੇ ਜਦੋਂ ਜੇ ਕਿਸੇ ਨੇ ਇੰਡੀਆ ਨੂੰ ਫੋਨ ਲਾਉਣਾ ਹੁੰਦਾ, ਅੱਗੇ ਬੰਦਾ ਅੱਧੇ ਘੰਟੇ ਦੇ ਹਿਸਾਬ ਨਾਲ ਆਉਂਦਾ, ਹੁਣ 1.5 ਘੰਟੇ ਦੇ ਹਿਸਾਬ ਨਾਲ ਲਾਉਣਾ ਪੈਂਦਾ। ਹੁਣ ਰਾਤ ਨੂੰ ਹਨੇਰਾ ਵੀ ਜਲਦੀ ਹੋ ਜਾਣਾ ਤੇ ਉਹਦੇ ਨਾਲ ਕੰਮਾਂ ਕਾਰਾਂ ਦੇ ਉੱਤੇ ਵੀ ਪ੍ਰਭਾਵ ਪੈਂਦਾ। ਇਹ ਜਿਹੜਾ ਡੇ ਲਾਈਟ ਸੇਵਿੰਗ ਹੈ, ਇਹਦੀ ਬਾਰ-ਬਾਰ ਚਰਚਾ ਚੱਲਦੀ ਕਿ ਬਈ ਇਸ ਸਾਲ ਅਖੀਰਲਾ ਹੋਊਗਾ ਜਾਂ ਅਗਲੇ ਸਾਲ ਅਖੀਰਲਾ ਹੋਊਗਾ। ਫਿਰ ਇਦਾਂ ਦੀ ਚਰਚਾ ਕਿਉਂ ਚੱਲਦੀ ਆ? ਦੇਖੋ, ਇਹ ਕੰਟਰੋਵਰਸ਼ੀਅਲ ਇਸ਼ੂ ਹੈ ਕਿਉਂਕਿ ਕਈ ਪ੍ਰੋਵਿੰਸਿਸ, ਕਈ ਸਟੇਟਸ ਉੱਥੇ ਟਾਈਮ ਬਦਲਦਾ, ਕਈ ਜਗ੍ਹਾ ਤੇ ਨਹੀਂ ਬਦਲਦਾ। ਡੇ ਲਾਈਟ ਸੇਵਿੰਗ ਹੈ ਕਿਉਂਕਿ ਧਰਤੀ ਜਦੋਂ ਘੁੰਮਦੀ ਹੈ, ਧਰਤੀ ਆਪਦੀ ਐਕਸਿਸ ਤੇ ਟੇਢੀ ਹੈ, ਉਹਦੇ ਨਾਲ ਮੌਸਮ ਵੀ ਬਦਲਦੇ ਨੇ ਤੇ ਦਿਨਾਂ ਦੀ ਲੈਂਥ ਬਦਲਦੀ ਹੈ। ਦਿਨਾਂ ਦੀ ਲੈਂਥ ਬਦਲਣ ਦੇ ਨਾਲ ਕਿਤੇ ਸੂਰਜ ਜਲਦੀ ਚੜ੍ਹ ਜਾਂਦਾ, ਕਿਸੇ ਮੌਸਮ ਦੇ ਵਿੱਚ ਲੇਟ ਚੜ੍ਹਦਾ। ਐਂਡ ਛਿਪਣ ਦੇ ਲਈ ਵੀ ਇਹੀ ਤਰੀਕਾ ਹੈ। ਸੋ ਡੇ ਲਾਈਟ ਸੇਵਿੰਗ ਦੇ ਲਈ ਘੜੀਆਂ ਨੂੰ ਐਡਜਸਟ ਕਰ ਲੈਂਦੇ ਨੇ ਕਿਉਂਕਿ ਸੂਰਜ ਨੂੰ ਤੇ ਧਰਤੀ ਨੂੰ ਤਾਂ ਐਡਜਸਟ ਕਰ ਨਹੀਂ ਸਕਦੇ। ਤੇ ਜ਼ਿਆਦਾ ਰੌਸ਼ਨੀ ਦੇ ਨਾਲ ਇਹ ਮੰਨਿਆ ਜਾਂਦਾ ਕਿ ਲੋਕ ਵਧੀਆ ਕੰਮ ਕਰਦੇ ਨੇ। ਜੇ ਰੌਸ਼ਨੀ ਘੱਟ ਹੁੰਦੀ ਹੈ ਤਾਂ ਮਨੋਵਿਗਿਆਨਿਕ ਤੌਰ 'ਤੇ ਇਹ ਸੋਚਿਆ ਜਾਂਦਾ ਕਿ ਲੋਕ ਮਾਯੂਸ ਹੋ ਜਾਂਦੇ ਨੇ ਜਾਂ ਘੱਟ ਪ੍ਰੋਡਕਟਿਵਿਟੀ ਹੈ। ਸੋ ਹੁਣ ਐਤਵਾਰ ਨੂੰ ਤੜਕੇ 2 ਵਜੇ ਟਾਈਮ ਬਦਲਿਆ ਤੇ ਉਹਦੇ ਨਾਲ 1 ਘੰਟਾ ਗੇਨ ਹੋ ਗਿਆ, ਜਿਹੜਾ ਸਪਰਿੰਗ 'ਚ ਲੂਜ਼ ਹੋਇਆ ਸੀ। ਹਾਂਜੀ, ਹਿਸਾਬ ਬਰਾਬਰ ਹੋ ਗਿਆ। ਹਿਸਾਬ ਬਰਾਬਰ ਹੋ ਜਾਂਦਾ ਹਰ ਸਾਲ ਦੇ ਵਿੱਚ। ਤੇ ਕਈ ਲੋਕ 1 ਘੰਟਾ ਜ਼ਿਆਦਾ ਸੌਣਾ ਚਾਹੁੰਦੇ ਨੇ, ਉਹ ਇੰਜੋਏ ਕਰਦੇ 1 ਘੰਟੇ ਨੂੰ, ਇਸ ਕਰਕੇ ਉਹ ਘੜੀ ਦਾ ਟਾਈਮ 11 ਵਜੇ ਬਦਲਦੇ ਨੇ, ਚਾਹ ਕੌਫੀ ਪੀਂਦੇ, ਪਰੌਠੇ ਖਾਂਦੇ ਉਸ ਟਾਈਮ ਦੇ ਉੱਤੇ ਐਤਵਾਰ ਨੂੰ। ਕਈ ਲੋਕ ਨੇ ਜਿਹੜੇ 1 ਦਿਨ ਪਹਿਲਾਂ ਹੀ ਟਾਈਮ ਬਦਲ ਲੈਂਦੇ ਨੇ, ਸੌਣ ਤੋਂ ਪਹਿਲਾਂ ਹੀ, ਜਿਹੜੇ ਪ੍ਰੀ ਐਕਟਿਵ ਨੇ ਉਹ ਫਿਰ ਉਸ ਹਿਸਾਬ ਨਾਲ ਐਡਜਸਟ ਕਰਦੇ ਨੇ ਆਪਣੇ ਆਪ ਨੂੰ, ਕਿਉਂਕਿ ਬਾਡੀ ਦੀ ਕਲੌਕ ਤੇ ਘੜੀ ਦੀ ਕਲੌਕ, ਇਹਨਾਂ ਨੂੰ ਸਿੰਕਰੋਨਾਈਜ਼ ਕਰਨਾ ਬੜਾ ਇੰਪੋਰਟੈਂਟ ਹੈ। ਸੋ ਇਸ ਕਰਕੇ ਉਹਦੇ ਨਾਲ ਸਿੰਕਰੋਨਾਈਜ਼ ਕਰਨ ਦੇ ਲਈ ਲੋਕ ਐਡਜਸਟ ਕਰਦੇ ਨੇ। ਕਈ ਲੋਕ ਈਵਨ ਇੱਥੋਂ ਤੱਕ ਕਿ ਚੰਦ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਦੇ, ਚੰਦ ਦੀ ਫੇਜ਼ਸ ਦੇ ਨਾਲ, ਤਾਂ ਕਿ ਕੁਦਰਤ ਦੇ ਨਾਲ ਜ਼ਿਆਦਾ ਉਹ ਜੁੜੇ ਰਹਿਣ, ਘੜੀ ਨਾਲੋਂ ਘੱਟ ਜੁੜੇ ਰਹਿਣ। ਤੇ ਪਰ ਟਾਈਮ ਤੇ ਪਹੁੰਚਣਾ ਬੜਾ ਇੰਪੋਰਟੈਂਟ ਹੈ, ਇਸ ਕਰਕੇ ਘੜੀ ਹੈ ਜਿਹੜੀ ਉਹ ਬੜੀ ਇੰਪੋਰਟੈਂਟ ਹੈ। ਕੁਛ ਮੇਰੇ ਵਰਗਿਆਂ ਨੂੰ 1 ਘੰਟੇ ਨਾਲ ਫਰਕ ਨਹੀਂ ਪੈਂਦਾ। ਘੜੀ ਹੈ ਜਿਹੜੀ, ਇਹ ਜਿਹੜਾ ਸੁੱਤਿਆਂ ਘੰਟਾ ਆ ਗਿਆ ਦਾ ਕੀ ਫਾਇਦਾ? ਇਹ ਦਿਨੇ ਬਦਲਿਆ ਜਾਏ ਤਾਂ ਕਿ ਪਤਾ ਤੇ ਲੱਗੇ, ਮਹਿਸੂਸ ਹੋਏ ਕਿ ਸਮਾਂ ਬਦਲਿਆ ਜਾ ਰਿਹਾ। ਬਿਲਕੁਲ, ਪਰ ਮੇਰਾ ਕਹਿਣ ਦਾ ਭਾਵ ਤੁਹਾਡੇ ਤੋਂ ਨਹੀਂ ਸੀ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਈ ਜਗ੍ਹਾ ਦੇ ਉੱਤੇ ਪੰਚਿੰਗ ਸਿਸਟਮ ਹੁੰਦਾ ਕੰਮ ਤੇ ਜਾਣ ਲਈ। ਉੱਥੇ ਤੁਹਾਨੂੰ ਟਾਈਮ ਪੰਚ ਕਰਨਾ ਪੈਂਦਾ। ਜੇ 1 ਮਿੰਟ ਉੱਤੇ ਹੋ ਜਾਏ ਫਿਰ ਤੁਹਾਨੂੰ ਪੈਸੇ ਕੱਟੇ ਜਾਂਦੇ ਨੇ। ਸੋ ਇਸ ਕਰਕੇ ਜਿਹੜਾ ਇਹ ਸਿਸਟਮ ਹੈ, ਬੰਦੇ ਦੀ ਬਾਡੀ, ਇਨਸਾਨ ਦੀ ਬਾਡੀ ਤੇ ਘੜੀ ਨੂੰ ਸਿੰਕਰੋਨਾਈਜ਼ ਕਰਨਾ ਵੀ ਇੰਪੋਰਟੈਂਟ ਆ। ਇਸ ਕਰਕੇ ਕਈ ਜਗ੍ਹਾ ਦੇ ਉੱਤੇ ਇਹ ਚਿੰਤਾ ਦਾ ਜਾਂ ਡਿਬੇਟ ਦਾ ਇਸ਼ੂ ਹੈ। ਜੇ USA ਦਾ ਇਹ ਸਿਸਟਮ ਜਿਹੜਾ ਉਹਨਾਂ ਨੇ ਬਿੱਲ ਪਾਸ ਕੀਤਾ, ਜੋ ਅਪਰੂਵ ਹੋ ਗਿਆ, 2023 ਤੋਂ ਬਾਅਦ ਸ਼ਾਇਦ ਟਾਈਮ ਸਟੈਂਡਰਡ ਰਵੇ। ਤੇ ਇਸੇ ਤਰ੍ਹਾਂ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਡਿਬੇਟ ਹੋਈ ਤੇ ਉਸ ਤੋਂ ਬਾਅਦ ਮੰਨੇ ਨਹੀਂ। ਤੇ ਇਸ ਕਰਕੇ ਟਾਈਮ ਜਿਸ ਤਰੀਕੇ ਨਾਲ ਬਦਲਦਾ ਉਸ ਤਰੀਕੇ ਨਾਲ ਹੀ ਬਦਲਦਾ ਰਹੇਗਾ। ਸਮਾਂ ਬੜਾ ਇੰਪੋਰਟੈਂਟ ਹੈ ਤੇ ਸਮਾਂ ਕਦੇ ਕਿਸੇ ਦਾ ਚੰਗਾ ਕਿਸੇ ਦਾ ਮਾੜਾ, ਪਰ ਬਦਲਦਾ ਜ਼ਰੂਰ ਹੈ। US ਦਾ ਨਾ ਇੱਕ ਕਾਫੀ ਮਸ਼ਹੂਰ TV ਹੋਸਟ ਸਟੀਵ ਹਾਰਵੀ, ਉਹ ਕਾਫੀ ਵੱਡਾ ਪ੍ਰੋਗਰਾਮ ਕਰਦੇ ਨੇ। ਉਹ ਸਮੇਂ ਦੀ ਗੱਲ ਚੱਲਦੀ ਸੀ। ਉਹ ਕਹਿੰਦੇ ਜਿਹੜੇ ਲੇਟ ਆਉਂਦੇ ਨਾ, ਮੈਨੂੰ ਉਹ ਬੰਦੇ ਬਹੁਤ ਪਸੰਦ ਨੇ। ਅੱਛਾ ਜੀ। ਉਹ ਕਹਿੰਦੇ ਵੀ ਉਹਨਾਂ ਵਰਗਾ ਬੇਫਿਕਰਾ ਬੰਦਾ ਕੋਈ ਨਹੀਂ ਹੁੰਦਾ। ਜਿੰਨੇ ਖੁੱਲੇ ਦਿਲ ਦੇ ਬੰਦੇ ਉਹ ਹੁੰਦੇ ਆ ਨਾ, ਜਿਹੜੇ ਸਮੇਂ ਨਾਲ ਨਹੀਂ ਪਹੁੰਚਦੇ, ਉਹਨਾਂ ਵਰਗਾ ਦੇ ਕੋਈ ਬੇਫਿਕਰੀ ਵਾਲਾ ਇਨਸਾਨ ਹੀ ਕੋਈ ਨਹੀਂ ਹੁੰਦਾ। ਉਹਨਾਂ ਨੇ ਜ਼ਿੰਦਗੀ ਦਾ ਕੋਈ ਹੋਰ ਹੀ ਪੜਾਅ ਵੇਖ ਲਿਆ ਹੁੰਦਾ ਜਿਹੜਾ ਸ਼ਾਇਦ ਬਾਕੀਆਂ ਨੂੰ ਸਮਝ ਨਹੀਂ ਆਉਂਦਾ। ਇਹ ਤਾਂ ਗੱਲ ਠੀਕ ਹੈ, ਬੰਦੇ ਨੂੰ ਵੈਸੇ ਪੰਕਚੁਅਲਿਟੀ ਬਹੁਤ ਵੱਡੀ ਚੀਜ਼ ਆ। ਮੈਂ ਵੈਸੇ ਗੱਲ ਕਰਦਾ, ਇਨਸਾਨ ਨੂੰ ਰਹਿਣਾ ਤਾਂ ਬਿਲਕੁਲ ਈਜ਼ੀ ਚਾਹੀਦਾ।
ਘੜੀ ਦੇ ਹਿਸਾਬ ਨਾਲ ਚੱਲੇ ਤੇ ਘੜੀ ਵਾਂਗੂ ਕਲੌਕ ਵਾਂਗੂ ਸਾਰੀ ਦਿਹਾੜੀ ਚੱਲਦਾ ਰਿਹਾ ਮਸ਼ੀਨ ਵਾਂਗੂ, ਉਹਦੇ ਨਾਲੋਂ ਈਜ਼ੀ ਰਹਿਣਾ ਚਾਹੀਦੀ, ਆਪਦੀ ਜ਼ਿੰਦਗੀ ਸੌਖੀ ਰੱਖਣੀ ਚਾਹੀਦੀ ਹੈ। 50 ਸਾਲਾਂ ਨੂੰ ਸੋਚਦਾ ਵੀ ਯਾਰ ਸਮੇਂ ਤੇ ਸਾਰਾ ਕੁਝ ਕੀਤਾ ਤੇ ਆਹ ਕੰਮ ਫੇਰ ਇਦਾਂ ਹੋ ਗਿਆ। ਪਰ ਜ਼ਿੰਦਗੀ ਦੇ ਵਿੱਚ ਡਿਸਪਲਿਨ ਬਹੁਤ ਇੰਪੋਰਟੈਂਟ ਹੈ, ਜਿਹੜਾ ਕਿ ਅੱਜ ਕੱਲ੍ਹ ਦੀ ਯੰਗਰ ਜਨਰੇਸ਼ਨ ਡਿਸਪਲਿਨ ਲੂਜ਼ ਕਰ ਰਹੀ ਹੈ। ਪੁਰਾਣੀ ਜਨਰੇਸ਼ਨ ਜਿਹੜੇ ਬਜ਼ੁਰਗ ਨੇ ਹੁਣ ਹੋਏ ਉਹ ਜਾਂ ਫੌਜ ਦੇ ਲੋਕ ਉਹ ਡਿਸਪਲਿਨ ਦੀ ਜ਼ਿਆਦਾ ਪੂਰਤੀ ਕਰਦੇ ਨੇ। ਯੰਗਰ ਜਨਰੇਸ਼ਨ ਕੇਅਰਲੈਸ ਹੈ ਤੇ ਉਹ ਟਾਈਮ ਦੀ ਕਦਰ ਘੱਟ ਕਰਦੇ ਨੇ, ਪਰ ਕਹਿੰਦੇ ਨੇ ਕਿ ਜੇ ਇੱਕ ਵਾਰ ਤੁਹਾਡੇ ਹੱਥੋਂ ਟਾਈਮ ਲੰਘ ਜੇ ਦੁਬਾਰਾ ਨਹੀਂ ਮਿਲਦਾ। ਨਹੀਂ, ਉਹ ਤੇ ਗਈ ਗੱਲ। ਅਸੀਂ ਇਹ ਤੁਸੀਂ ਦੇਖੋ, ਅਸੀਂ ਜਿਹੜੇ ਦੇਸ਼ ਤੋਂ ਆਏ ਆ ਸਾਰੇ, ਜਿੱਥੋਂ ਮਾਈਗ੍ਰੇਟ ਹੋਏ ਆ, ਉੱਥੇ ਸਭ ਤੋਂ ਵੱਧ ਡਿਸਪਲਿਨਡ ਆਰਮੀ ਆਫੀਸਰਸ ਜਾਂ ਆਰਮੀ ਚ ਵਾਲੇ ਜਿਹੜੇ ਲੋਕ ਸੀਗੇ ਜਾਂ ਜਿਹੜੇ ਵੀ ਸਾਰੇ, ਉਹਨਾਂ ਨੂੰ ਮੰਨਿਆ ਜਾਂਦਾ। ਤੇ ਪਰ ਮੈਜੋਰਿਟੀ ਆਫ ਲੋਕਾਂ ਦੀ ਜਿਹੜੀ ਦੂਸਰੇ ਬੰਨੇ ਉਹਨਾਂ ਨੂੰ ਹੀ ਗਲਤ ਕਹਿਣ ਲੱਗੀ ਪਈ, ਜਿਹੜੇ ਡਿਸਪਲਿਨਡ ਨੇ ਇਹ ਗਲਤ ਨੇ। ਵੀ ਅਸੀਂ ਠੀਕ ਆ, ਜਿਹੜਾ ਸਵੇਰੇ ਉੱਠ ਕੇ ਟਾਈਮ ਨਾਲ ਤਿਆਰ ਹੋ ਕੇ ਸਾਰਾ ਕੁਝ ਆਪਣਾ ਕਰ ਲੈਂਦਾ, ਇਹ ਨਹੀਂ ਠੀਕ ਹੈਗਾ, ਰੈਦਰ ਦੈਨ ਜਿਹੜਾ ਲੇਟ ਕਰਦਾ ਉਹ ਠੀਕ ਹੈ। ਬਿਲਕੁਲ। ਇੱਕ ਚੀਜ਼ ਹੋਰ ਵੀ ਹੈ ਕਿ ਸਾਲ ਦੇ ਵਿੱਚ 365 ਦਿਨ ਨੇ, 5-7 ਦਿਨ ਬੰਦੇ ਨੂੰ ਜ਼ਰੂਰ ਤਕਲੀਫ ਹੁੰਦੀ ਹੈ। ਕਦੇ ਕੋਈ ਬਿਮਾਰ ਹੋ ਗਿਆ, ਕਦੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਕੋਈ ਚੰਗੀ ਮਾੜੀ ਗੱਲ ਹੋ ਗਈ। ਪਰ ਇਨਸਾਨ ਨੂੰ ਹਮੇਸ਼ਾ ਇਹ ਦੇਖਣਾ ਚਾਹੀਦਾ ਕਿ ਮਾੜੇ ਟਾਈਮ ਨਹੀਂ ਰਹਿੰਦੇ। ਅੰਗਰੇਜ਼ੀ 'ਚ ਕਹਿੰਦੇ ਨਾ, ਟਫ ਟਾਈਮਸ ਡੋਂਟ ਲਾਸਟ ਬਟ ਟਫ ਪੀਪਲ ਡੂ। ਸੋ ਇਸ ਕਰਕੇ ਕਦੇ ਵੀ ਕੋਸਣਾ ਨਹੀਂ ਚਾਹੀਦਾ ਸਮੇਂ ਨੂੰ। ਸਮਾਂ ਚੰਗਾ ਮਾੜਾ ਆਉਂਦਾ ਹੀ ਰਹਿੰਦਾ, ਪਰ ਬੰਦੇ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਬਿਲਕੁਲ ਠੀਕ ਹੈ ਜੀ। ਆਪਾਂ ਹੁਣ ਅਮਰੀਕਾ ਨੂੰ ਚੱਲੀਏ, ਕਿਉਂਕਿ ਸਮਾਂ ਉੱਥੇ ਆਉਣ ਵਾਲਾ ਕਿੱਦਾਂ ਦਾ, ਆਪਾਂ ਉਹਦੀ ਚਰਚਾ ਕਰਦੇ ਹਾਂ। US ਦੇ ਵਿੱਚ ਮਿਡ ਟਰਮ ਸੈਨੇਟ ਇਲੈਕਸ਼ਨਸ ਨੇ ਜੀ। ਇਹ ਹੋ ਸਕਦਾ ਹੁਣ ਤੁਹਾਨੂੰ, ਤੁਸੀਂ ਪੋਲੀਟਿਕਸ ਨਾਲ ਜੁੜੇ ਰਹੇ ਹੋ, ਤੁਸੀਂ ਵਧੀਆ ਤਰੀਕੇ ਨਾਲ ਵਾਚ ਕਰਦੇ ਰਹੇ ਹੋ। ਬਹੁਤ ਲੋਕ ਨੇ ਜਿਹੜੇ ਦੇਸ਼ 'ਚ ਰਹਿੰਦੇ ਨੇ, ਉੱਥੋਂ ਦੀ ਅਜੇ ਤੱਕ ਸਿਆਸਤ ਦਾ ਨਹੀਂ ਪਤਾ ਸੀ। ਜਿਹੜੇ ਮਾਈਗ੍ਰੇਟ ਹੋਏ ਆ, ਪ੍ਰਵਾਸੀ ਸਾਰੇ ਆ, 117 ਦੇਸ਼ਾਂ ਦੇ ਵਿੱਚ ਪਹੁੰਚ ਗਏ, ਪਰ ਅਜੇ ਪੋਲੀਟੀਕਲੀ ਉਸ ਢਾਂਚਿਆਂ ਦੀ ਨੌਲੇਜ ਉਸ ਢੰਗ ਤਰੀਕੇ ਨਾਲ ਨਹੀਂ ਹੈਗੀ ਕਿ ਸਿਸਟਮ ਚੱਲਦਾ ਕਿੱਦਾਂ ਆ। ਇਜ਼ਰਾਈਲ 'ਚ ਆਪਣੇ ਢੰਗ ਤਰੀਕੇ ਨਾਲ ਵੋਟਾਂ ਪੈਂਦੀਆਂ, ਕੈਨੇਡਾ ਦਾ ਇੱਕ ਆਪਣਾ ਸਿਸਟਮ ਹੈ, UK ਦੇ ਵਿੱਚ ਆਪਣਾ ਸਿਸਟਮ ਹੈ, ਬਹੁਤ ਸਾਰੇ ਹੋਰ ਦੇਸ਼ਾਂ ਦਾ ਆਪਣਾ। US ਦਾ ਸਿਸਟਮ ਵੀ ਇੱਕ ਦੁਨੀਆ ਨਾਲੋਂ ਅਲੱਗ ਹੀ ਹੈ ਸਾਰਾ। ਉੱਥੇ ਇਲੈਕਸ਼ਨਸ ਸੁਣੀ ਦੀਆਂ, ਮਿਡ ਟਰਮ ਕਹਿ ਲਓ ਸੈਨੇਟ ਦੀਆਂ, ਪਰ ਲੋਕਾਂ ਨੂੰ ਉੱਥੇ ਰਹਿਣ ਵਾਲਿਆਂ ਨੂੰ ਵੀ ਬਹੁਤ ਸਾਰੇ ਹੋਣਗੇ ਜੇ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਕੰਮਾਂ ਕਾਰਾਂ ਵਾਲੇ ਪਾਸੇ ਹੋਰ ਚੀਜ਼ਾਂ 'ਚ ਇੰਨੇ ਮਗੇ ਹੋਈਦਾ ਕਿ ਇਸ ਪਾਸੇ ਧਿਆਨ ਨਹੀਂ ਜਾਂਦਾ। ਇਹ ਹੁੰਦੀਆਂ ਨਹੀਂ ਕੀ ਨੇ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਨੇ। ਫਿਰ ਇੱਥੋਂ ਆਪਾਂ ਅੱਗੇ ਚੱਲਦੇ ਹਾਂ। ਔਲਰਾਈਟ, ਮੈਂ ਇੱਕ ਹੋਰ ਸਟੈਪ ਪਿੱਛੇ ਚੱਲਦਾ। ਅੱਛਾ। ਅਮਰੀਕਾ ਦੇ ਵਿੱਚ ਬਾਕੀ ਦੇਸ਼ਾਂ ਵਾਂਗੂ 2 ਹਾਊਸਸ ਨੇ। ਇੱਕ ਹਾਊਸ ਆਫ ਰੈਪਰੈਜ਼ੈਂਟੇਟਿਵ ਹੈ, ਇੱਕ ਉਹਦੇ ਉੱਤੋਂ ਸੈਨੇਟ ਹੈ। ਜਿਹੜੇ ਹਾਊਸ ਆਫ ਰੈਪਰੈਜ਼ੈਂਟੇਟਿਵ ਹੈ ਉਹਦੇ 435 ਮੈਂਬਰ ਨੇ, ਉਹਨਾਂ ਨੂੰ ਕਾਂਗਰਸਮੈਨ ਕਹਿੰਦੇ ਆ। ਸੈਨੇਟ ਦੇ ਵਿੱਚ ਹਰੇਕ ਸਟੇਟ ਤੋਂ, ਕਿਉਂਕਿ ਅਮਰੀਕਾ ਦੀਆਂ 50 ਸਟੇਟਾਂ ਨੇ, ਹਰੇਕ ਸਟੇਟ ਤੋਂ 2-2 ਸੈਨੇਟਰਸ ਨੇ। 100 ਸੈਨੇਟਰ ਹੋ ਗਏ। ਅੱਛਾ, ਸੈਨੇਟਰ ਜਿਹੜੇ ਨੇ ਉਹਨਾਂ ਦੀ ਟਰਮ ਹੈਗੀ ਹੈ 6 ਸਾਲ ਦੀ। ਪਰ ਸੈਨੇਟ ਨੂੰ ਇਕੱਠੀ ਨੂੰ ਸਾਰੀ ਨੂੰ ਚੇਂਜ ਨਹੀਂ ਕਰਦੇ। ਤੀਜਾ ਹਿੱਸਾ ਸੈਨੇਟ ਦਾ ਹਰ 2 ਸਾਲ ਬਾਅਦ ਚੇਂਜ ਕਰ ਦਿੰਦੇ। ਸੋ ਜੇ 100 ਸੈਨੇਟਰ ਨੇ ਤਾਂ ਮਤਲਬ 33-34 ਸੈਨੇਟਰ ਨੂੰ 1 ਸਾਲ, 33-34 ਨੂੰ ਦੂਜੇ ਸਾਲ, 33-34 ਨੂੰ ਤੀਸਰੇ ਟਰਮ ਦੇ ਵਿੱਚ। 2 ਸਾਲਾਂ ਬਾਅਦ ਅਮਰੀਕਾ ਦੇ ਵਿੱਚ ਮਿਡ ਟਰਮ ਸੈਨੇਟ ਇਲੈਕਸ਼ਨਸ ਹੁੰਦੀਆਂ ਨੇ। ਹਾਂ, ਇਹ ਕਹਿੰਦੇ ਨੇ ਕਿ ਪ੍ਰੈਜ਼ੀਡੈਂਟ ਇਲੈਕਸ਼ਨ ਤੋਂ 2 ਸਾਲ ਬਾਅਦ ਮਿਡ ਟਰਮ ਇਲੈਕਸ਼ਨ ਹੁੰਦੀ ਹੈ, ਉਹਦੀ ਟਰਮ ਦੇ ਅੱਧ ਦੇ ਵਿੱਚ। ਇਸੇ ਕਰਕੇ ਇਹਨੂੰ ਮਿਡ ਟਰਮ ਇਲੈਕਸ਼ਨ ਕਹਿੰਦੇ ਨੇ। ਫਿਰ ਇੱਕ ਵਾਰ ਇਲੈਕਸ਼ਨ ਪ੍ਰੈਜ਼ੀਡੈਂਟ ਦੇ ਨਾਲ ਵੀ ਹੁੰਦੀ ਹੈ, ਫਿਰ ਸੈਨੇਟ ਉਦੋਂ ਨਾਲ ਵੀ ਹੁੰਦੀ ਹੈ। ਉਸ ਟਾਈਮ ਦੇ ਉੱਤੇ ਸੈਨੇਟ ਦੀ ਵੀ ਇਲੈਕਸ਼ਨ ਹੁੰਦੀ ਹੈ ਤੇ ਹਾਊਸ ਦੀ ਵੀ ਸੈਨੇਟ ਇਲੈਕਸ਼ਨ ਹੁੰਦੀ ਹੈ। ਤੇ ਪਰ ਜਿਹੜੀ ਮਿਡ ਟਰਮ ਇਲੈਕਸ਼ਨ ਹੈ, ਇਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਕਰੰਟ ਪ੍ਰੈਜ਼ੀਡੈਂਟ ਦੇ ਉੱਤੇ ਰੈਫਰੈਂਡਮ ਹੈ ਕਿ ਉਹਦੀ ਕਾਰਗੁਜ਼ਾਰੀ ਕਿੱਦਾਂ ਦੀ ਸੀ, ਕਿਉਂਕਿ ਉਹਦੇ ਤੇ ਵੀ ਡਿਪੈਂਡ ਕਰਦਾ। ਬਿਲਕੁਲ ਠੀਕ। ਹਾਂਜੀ। ਅੱਛਾ, ਇਹਦੇ ਵਿੱਚ ਹੁਣ ਕਿਹੜੀਆਂ ਇਲੈਕਸ਼ਨਸ ਨੇ? ਕੁਝ ਹਾਊਸ ਦੀਆਂ ਨਾਲ ਥਰਡ ਸੈਨੇਟ ਦੀਆਂ ਨੇ ਇਸ ਵਾਰੀ? ਹਾਂ, ਸੈਨੇਟ ਦੀਆਂ ਤੀਜਾ ਹਿੱਸਾ ਤੇ 135 ਸੈਨੇਟਰਾਂ ਦੀ ਇਲੈਕਸ਼ਨ ਇਸ ਵਾਰ ਹੋ ਰਹੀ ਹੈ। ਠੀਕ ਹੈ। 435 ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਮੈਂਬਰ ਸਾਰੇ ਦੇ ਸਾਰੇ, ਉਹਨਾਂ ਦੀ ਟਰਮ 2 ਸਾਲ ਦੀ ਹੁੰਦੀ ਹੈ। ਠੀਕ ਹੈ ਜੀ। ਤੇ 36 ਸਟੇਟਾਂ ਦੇ ਗਵਰਨਰ ਚੁਣੇ ਜਾਣੇ ਨੇ, ਉਹਨਾਂ ਦੀ ਹੈ। ਇਸ ਤੋਂ ਬਿਨਾਂ ਹਜ਼ਾਰਾਂ ਹੋਰ ਆਫੀਸਰਸ ਨੇ, ਅੱਡ-ਅੱਡ ਸਟੇਟਾਂ ਦੇ ਵਿੱਚ ਅੱਡ-ਅੱਡ ਪ੍ਰੋਸੈਸ ਹੈ। ਉਹਦੇ ਹਿਸਾਬ ਦੇ ਨਾਲ ਹੋਰ ਕਈ ਲੋਕ ਨੇ ਜਿਹੜੇ ਨਾਲ ਚੁਣੇ, ਚਾਹੇ ਸਕੂਲ ਬੋਰਡ ਹੈ, ਕਾਉਂਸਲਸ ਨੇ, ਤੇ ਵਗੈਰਾ 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 ਚੁਣੇ ਜਾਂਦੇ ਨੇ। ਤੇ ਹਰੇਕ ਸਟੇਟ ਦੇ ਵਿੱਚ ਆਪੋ ਆਪਣੀਆਂ ਉਹਨਾਂ ਦੇ ਹਾਊਸ ਵੀ ਨੇ, ਉਹਨਾਂ ਦੀ ਵੀ ਕਈਆਂ ਦੇ ਵਿੱਚ ਚੋਣਾਂ ਨਾਲ ਹੁੰਦੀਆਂ ਨੇ। ਅੱਛਾ, ਇਹ ਲੋਕਾਂ ਨੇ ਇੰਨੀਆਂ ਵੋਟਾਂ ਪਾਉਣੀਆਂ? ਮਤਲਬ ਇੱਕ ਲੋਕਾਂ ਦੀ ਫਿਰ ਕਾਫੀ ਇਸ ਹਿਸਾਬ ਨਾਲ ਵੋਟਿੰਗ ਬਣ ਜਾਂਦੀ ਹੋਊ? ਹਾਂਜੀ, ਵੋਟਾਂ ਮਤਲਬ ਬੈਲਟਸ ਹਰੇਕ ਸਟੇਟ ਦੇ ਵਿੱਚ ਲੰਬੇ ਚੌੜੇ ਨੇ। ਤੇ ਉਹਦੇ ਹਿਸਾਬ ਨਾਲ ਫਿਰ ਵੋਟਾਂ ਪਾਉਂਦੇ। ਸੈਨੇਟ ਦੀਆਂ ਜਦੋਂ ਚੋਣ ਕਰਨੀ ਆ, ਇੱਕ ਬੰਦਾ ਡਾਇਰੈਕਟ ਸੈਨੇਟ ਨੂੰ ਵੋਟ ਚੂਜ਼ ਕਰਦਾ ਉਹਨਾਂ ਦੇ ਵਿੱਚੋਂ? ਹਾਂਜੀ, ਦੇਖੋ ਸੈਨੇਟਰਸ ਨੇ ਜਿਹੜੇ ਉਹ ਡਾਇਰੈਕਟਲੀ ਚੁਣੇ ਜਾਂਦੇ ਨੇ। ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਮੈਂਬਰ ਉਹ ਵੀ ਡਾਇਰੈਕਟਲੀ ਚੁਣੇ ਜਾਂਦੇ ਨੇ। ਇਸ ਤੋਂ ਇਲਾਵਾ ਬਾਕੀ ਦੀਆਂ ਪੋਜੀਸ਼ਨਾਂ ਦੇ ਲਈ ਵੀ ਲੋਕ ਵੋਟਾਂ ਪਾ ਕੇ ਚੁਣਦੇ ਨੇ। ਕਈ ਜਗ੍ਹਾ ਦੇ ਉੱਤੇ
ਸ਼ੈਰਿਫਸ ਉਹ ਵੀ ਚੁਣੇ ਜਾਂਦੇ ਨੇ, ਸਕੂਲ ਬੋਰਡ ਨੇ ਉਹ ਚੁਣੇ ਜਾਂਦੇ ਨੇ ਜਿਵੇਂ ਆਪਣੇ ਚੁਣੇ ਜਾਂਦੇ ਨੇ। ਸੋ ਇਸ ਤਰੀਕੇ ਦੇ ਨਾਲ ਇੱਕ ਵਿਅਕਤੀ ਕਈ ਤਰ੍ਹਾਂ ਦੀਆਂ ਵੋਟਾਂ ਪਾਉਂਦਾ। ਬਿਲਕੁਲ ਠੀਕ ਹੈ। ਅੱਛਾ, ਹੁਣ ਦੋਵਾਂ ਹਾਊਸਾਂ ਦੇ ਕੰਟਰੋਲ ਤੇ ਕੀ ਫਰਕ ਪੈਂਦਾ ਇਹਦੇ ਨਾਲ, ਹੁੰਦਾ ਕੀ ਹੈ ਜੀ? ਦੇਖੋ, ਇਸ ਵੇਲੇ ਜਿਹੜੀ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਮੈਜੋਰਿਟੀ, ਕਿਉਂਕਿ 435 ਸੀਟਾਂ ਨੇ, 218 ਤੋਂ ਵਾਲਿਆਂ ਦੀ ਮੈਜੋਰਿਟੀ ਹੈ ਜੀ। ਇਸ ਵੇਲੇ ਰੇਜ਼ਰ ਥਿਨ ਮੈਜੋਰਿਟੀ ਹੈ ਡੈਮੋਕ੍ਰੈਟਸ ਦੀ। ਉਹਨਾਂ ਦੀਆਂ ਸੀਟਾਂ ਨੇ 222 ਦੇ ਕਰੀਬ, ਤੇ ਬਾਕੀ ਦੀਆਂ ਨੇ ਜਿਹੜੀਆਂ ਉਹ ਕੁਛ ਉਹਨਾਂ ਦੇ ਵਿੱਚੋਂ ਵੈਕੈਂਸੀਆਂ ਨੇ 213 ਰਿਪਬਲਿਕਨਸ ਦੀਆਂ ਨੇ ਜੀ। ਤੇ ਸੈਨੇਟ ਦੇ ਵਿੱਚ 50 ਡੈਮੋਕ੍ਰੈਟਸ ਨੇ ਤੇ 50 ਰਿਪਬਲਿਕਨਸ ਨੇ। ਜਿਹੜੀ ਟਾਈ ਬ੍ਰੇਕਿੰਗ ਹੈ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੀ ਵੋਟ ਹੈ। ਸੋ ਇਸ ਕਰਕੇ ਜਿਹੜਾ ਕੰਟਰੋਲ ਹੈ ਸੈਨੇਟ ਦੇ ਵਿੱਚ ਤੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਉਹ ਬਹੁਤ ਥਿਨ ਹੈ। ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਮਿਡ ਟਰਮ ਇਲੈਕਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਗਵਰਨਿੰਗ ਪਾਰਟੀ ਯੂਜ਼ਲੀ ਲੂਜ਼ ਕਰ ਜਾਂਦੀ ਹੈ। ਜੇ ਆਪਾਂ ਪਿਛਲੀਆਂ 19 ਮਿਡ ਟਰਮ ਇਲੈਕਸ਼ਨਾਂ ਦੇਖਦੇ ਹਾਂ, 19 ਪਿਛਲੀਆਂ ਮਿਡ ਟਰਮ ਇਲੈਕਸ਼ਨਾਂ, ਤਾਂ 13 ਦੇ ਵਿੱਚ ਦੋਨਾਂ ਚੈਂਬਰਾਂ ਦੇ ਵਿੱਚ ਗਵਰਨਿੰਗ ਪ੍ਰੈਜ਼ੀਡੈਂਟ ਲੂਜ਼ ਕਰ ਗਿਆ। ਅੱਛਾ। ਤੇ ਇੱਕ ਵਾਰੀ ਜਿਹੜਾ ਇਹ ਵਿਨ ਵੀ ਕੀਤੇ ਨੇ 9/11 ਤੋਂ ਬਾਅਦ 2002 ਦੇ ਵਿੱਚ। ਆਮ ਤੌਰ ਤੇ ਲੂਜ਼ ਕਰ ਜਾਂਦੇ ਨੇ। ਉਹ ਤਾਂ ਕੀ ਕਾਰਨ, ਕਿਉਂ, ਮਤਲਬ? ਕਿਉਂਕਿ ਜਿਹੜਾ ਕਰੰਟ ਇਨਕੰਬੈਂਟ ਪ੍ਰੈਜ਼ੀਡੈਂਟ ਹੈ ਉਹਦੇ ਤੋਂ ਉਹ ਚੀਜ਼ਾਂ ਨਹੀਂ ਕਰ ਹੁੰਦੀਆਂ ਜਿਹੜੇ ਵਾਅਦੇ ਕੀਤੇ ਨੇ। ਜਾਂ ਤਾਂ ਇਹ ਕਾਰਨ ਹੈ, ਜਾਂ ਲੋਕ ਥੱਕ ਜਾਂਦੇ ਨੇ ਐਕਸਪੈਕਟ ਕਰਦੇ ਕਿ ਕੁਛ ਕਰਨ। ਜਿਸ ਤਰ੍ਹਾਂ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ, ਉਹਨਾਂ ਕੋਲੇ ਮੈਜੋਰਿਟੀ, ਆਲਮੋਸਟ ਮੈਜੋਰਿਟੀ ਹਾਊਸ ਦੀ ਵੀ ਸੀ ਤੇ ਸੈਨੇਟ ਦੀ ਵੀ ਸੀ, ਪਰ ਬਹੁਤਾ ਕੁਛ ਅਕੰਪਲਿਸ਼ ਨਹੀਂ ਕਰ ਸਕੇ। ਤੇ ਹੁਣ ਜਦੋਂ ਸਥਿਤੀ ਪਲਟ ਜਾਣੀ ਆ ਫਿਰ ਬਿਲਕੁਲ ਹੀ ਨਹੀਂ ਕਰ ਸਕਣਗੇ। ਹੁਣ ਪਿਛਲੇ 5 ਪ੍ਰੈਜ਼ੀਡੈਂਟ ਸੀ ਜਿਹੜੇ ਉਹ ਡੈਫੀਨੇਟਲੀ ਹਾਊਸ ਤੇ ਸੈਨੇਟ ਦੀ 4 ਵਾਰੀ ਲੂਜ਼ ਕਰ ਚੁੱਕੇ ਮਿਡ ਟਰਮ ਇਲੈਕਸ਼ਨਾਂ ਦੇ ਵਿੱਚ। ਸੋ ਕੰਟਰੋਲ ਹੈ ਜਿਹੜਾ ਇਹ ਬੜਾ ਇੰਪੋਰਟੈਂਟ ਹੈ ਲੈਜਿਸਲੇਟਿਵ ਏਜੰਡੇ ਨੂੰ ਪ੍ਰੋਸੀਡ ਕਰਨ ਦੇ ਲਈ। ਹੁਣ ਜੇ ਲੂਜ਼ ਕਰ ਗਏ ਤਾਂ ਉਹਦੇ ਨਾਲ ਇਕੱਲੇ ਡੋਮੈਸਟਿਕ ਤੇ ਫੋਰਨ ਪਾਲਿਸੀ ਦੇ ਉੱਤੇ ਨਹੀਂ ਬਲਕਿ ਦੁਨੀਆ ਦੇ ਉੱਤੇ ਵੀ ਅਸਰ ਪੈਂਦਾ। ਬਿਲਕੁਲ ਠੀਕ ਹੈ। ਗਿੱਲ ਸਾਹਿਬ, ਆਮ ਗੱਲ ਸੁਣੀ ਦੀ ਉਹਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਿਓ ਵੀ ਜਦੋਂ ਕੋਈ ਕਾਨੂੰਨ ਨਵਾਂ ਬਣਦਾ ਆ ਉਹਦੀ ਕਿੱਥੋਂ ਮਨਜ਼ੂਰੀ ਮਿਲਦੀ ਆ? ਆਮ ਤੌਰ ਤੇ ਹੁੰਦਾ ਕਿ ਜੇ ਅਸੀਂ ਭਾਰਤ ਦੇ ਵਿੱਚ ਵੇਖੀਏ ਕਿ ਪਹਿਲਾਂ ਉਹ ਲੋਕ ਸਭਾ ਦੇ ਵਿੱਚ ਆਉਂਦਾ ਆ, ਫਿਰ ਉਸ ਤੋਂ ਬਾਅਦ ਰਾਜ ਸਭਾ 'ਚ ਜਾਂਦਾ, ਜੇ ਕਿਸ ਢੰਗ ਤਰੀਕੇ ਨਾਲ ਅੱਗੇ ਉਹਦਾ ਫਿਰ ਪ੍ਰੈਜ਼ੀਡੈਂਟ ਦੇ ਹੋ ਕੇ ਸਾਈਨ ਤੇ ਫਿਰ ਅੱਗੇ ਕਾਨੂੰਨ ਬਣਦਾ। ਕੋਈ ਅਮਰੀਕਾ ਦੇ ਵਿੱਚ ਕਿਵੇਂ ਹੁੰਦਾ? ਉਹਦੇ ਵਿੱਚ ਸੈਨੇਟ ਦਾ ਕੀ ਰੋਲ ਹੁੰਦਾ ਹੈ? ਦੇਖੋ, ਆਮ ਤੌਰ ਤੇ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਕਾਨੂੰਨ ਆਉਂਦੇ ਪਹਿਲਾਂ ਲੋਅਰ ਹਾਊਸ ਦੇ ਵਿੱਚ ਪਾਸ ਹੁੰਦਾ, ਫਿਰ ਅਪਰ ਹਾਊਸ 'ਚ ਹੁੰਦਾ। ਇਸੇ ਤਰ੍ਹਾਂ ਹੀ ਅਮਰੀਕਾ ਵੀ ਇੱਕ ਐਕਸੈਪਸ਼ਨ ਨਹੀਂ ਹੈ। ਪਹਿਲਾਂ ਹਾਊਸ ਆਫ ਰਿਪਰੈਜ਼ੈਂਟੇਟਿਵ ਪਾਸ ਕਰਦੇ ਨੇ, ਫਿਰ ਜਾ ਕੇ ਸੈਨੇਟ ਤੋਂ ਪਾਸ ਹੁੰਦਾ। ਪਰ ਸੈਨੇਟ ਕੋਲੇ ਐਕਸਟਰਾ ਪਾਵਰਸ ਨੇ। ਜਿਸ ਤਰੀਕੇ ਨਾਲ ਕੋਈ ਐਂਬੈਸਡਰਸ ਨੂੰ ਇੰਡੋਰਸ ਕਰਨਾ, ਪ੍ਰੈਜ਼ੀਡੈਂਟ ਨੇ ਤਾਂ ਰਿਕਮੈਂਡ ਕਰਤਾ ਕਿਸੇ ਦੀ ਅਪਾਇੰਟਮੈਂਟ, ਫਿਰ ਉਹਨੂੰ ਇੰਡੋਰਸ ਕਲੀ ਸੈਨੇਟ ਕਰਦੀ ਹੈ। ਪਰ ਇਸ ਤੋਂ ਇਲਾਵਾ ਕਈ ਇਦਾਂ ਦੇ ਜਿਹੜੇ ਸੈਨੇਟਰਸ ਨੇ ਵੋਟ ਪਾ ਕੇ ਚੁਣੇ ਜਾਂਦੇ ਆ। ਹਾਂਜੀ, ਸੈਨੇਟਰ ਵੋਟ ਜਿੱਦਾਂ ਆਪ ਸਾਡੇ ਹੁਣ ਰਾਜ ਸਭਾ ਦੇ ਮੈਂਬਰ ਤੇ ਉਹ ਨਾਮਜ਼ਦ ਹੀ ਹੁੰਦੇ ਆ ਨਾ। ਕੈਨੇਡਾ ਦੇ ਵਿੱਚ 100% ਸੈਨੇਟਰਸ ਨੇ ਜਿਹੜੇ 100 ਦੇ 100 ਜਿੰਨੇ ਵੀ ਸਾਰੇ ਦੇ ਸਾਰੇ 105 ਨੇ, ਉਹ ਸਾਰੇ ਦੇ ਸਾਰੇ ਅਪਾਇੰਟਡ ਨੇ। ਅੱਛਾ। USA ਦੇ ਵਿੱਚ ਸਾਰੇ ਦੇ ਸਾਰੇ ਇਲੈਕਟਡ ਨੇ। ਸੋ ਇਹ ਵੱਡਾ ਫਰਕ ਆ ਗਿਆ ਨਾ ਆਪ ਤੇ ਉੱਥੇ। ਹੁਣ ਉੱਥੇ ਆਪਣੇ ਹੁਣ ਕਿੱਡਾ ਵੱਡਾ ਮਸਲਾ ਬਣਿਆ ਸੀ ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ, ਜੋ ਸਿੱਧੀ ਡਾਇਰੈਕਟ ਵੋਟ ਹੁੰਦੀ ਤੇ ਉਸ ਢੰਗ ਤਰੀਕੇ ਦਾ ਮਸਲਾ ਨਹੀਂ ਸੀ ਬਣਦਾ। ਅੱਛਾ, ਫਿਰ ਇੱਥੇ ਵੀ ਇਹਨਾਂ ਹਾਊਸਿਸ ਦੇ ਵਿੱਚੋਂ ਲੋਅਰ ਹਾਊਸ ਤੇ ਅਪਰ ਹਾਊਸ 'ਚ ਹੋ ਕੇ ਫਿਰ ਅੱਗੇ ਕਾਨੂੰਨ ਚੱਲਦਾ। ਅੱਛਾ, ਹੁਣ ਜੇ ਇਹਨਾਂ ਦੀ ਗੱਲ ਕਰੀਏ ਇਸ ਵਾਰੀ ਚੋਣਾਂ ਦੇ ਮਾਹੌਲ ਨੂੰ ਲੈ ਕੇ, ਉਹ ਇੱਕ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਤਰੀਕੇ ਦੇ ਨਾਲ ਜੰਗ ਚੱਲਦੀ ਪਈ ਆ। ਉਹ 'ਚ ਬਹੁਤ ਸਾਰੇ ਫੈਕਟਰਸ ਨੇ, ਪਰ ਮਾਹੌਲ ਦੱਸਿਆ ਜਾ ਰਿਹਾ ਜਾਂ ਸੁਣ 'ਚ ਐਵੇਂ ਆਉਂਦਾ ਵੀ ਠੀਕ ਨਹੀਂ ਲੱਗਦਾ। ਉਹਦੇ ਵਿੱਚ ਕੀ ਮੇਜਰ ਫੈਕਟਰਸ ਨੇ ਜਿਹੜੇ ਨੋਟਿਸ ਕੀਤੇ ਜਾ ਰਹੇ? ਦੇਖੋ, ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੀ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਲੈਕਸ਼ਨ 'ਚ ਫਰਾਡ ਹੋਇਆ। ਕਈ ਲਾ ਸੂਟ ਅਜੇ ਵੀ ਚੱਲੀ ਜਾਂਦੇ ਨੇ। ਭਾਵੇਂ ਜਦੋਂ ਅਸੀਂ ਦੇਖਦੇ ਹਾਂ ਵੋਟਾਂ ਤਾਂ ਬਹੁਤ ਜ਼ਿਆਦਾ ਪਈਆਂ ਨੇ, ਮਾਰਜਨ ਥੋੜਾ ਜਿਹਾ ਹੀ ਸੀਗਾ। ਜਿਹੜੇ ਉਹਨਾਂ ਨੇ ਕਲੇਮ ਕੀਤੇ ਨੇ ਉਹਦਾ ਬਹੁਤ ਹੀ ਨੈਗਲੀਜੀਬਲ ਮਾਰਜਨ ਦੇ ਲਈ ਵੋਟਾਂ ਦੇ ਉੱਤੇ ਕਿੰਤੂ ਪਰੰਤੂ ਹੋ ਰਹੇ ਨੇ। ਸੋ ਉਸ ਤੋਂ ਬਾਅਦ ਜਨਵਰੀ 6 ਨੂੰ ਕੈਪੀਟਲ ਬਿਲਡਿੰਗ ਦੇ ਉੱਤੇ ਅਟੈਕ ਹੋਇਆ। ਉਹਦੇ ਨਾਲ ਹੋਰ ਮਾਹੌਲ ਟੌਕਸਿਕ ਹੋ ਗਿਆ। ਉਹਦੀਆਂ ਹੀਅਰਿੰਗ ਚੱਲ ਰਹੀਆਂ ਨੇ। ਸੋ ਇਸ ਵੇਲੇ ਜਦੋਂ ਕੰਪੇਨ ਚੱਲ ਰਹੀ ਹੈ, ਇਨ ਦਾ ਹੀਟ ਆਫ ਦਾ ਮੂਵਮੈਂਟ, ਪ੍ਰੈਜ਼ੀਡੈਂਟ ਟਰੰਪ ਦੁਆਰਾ ਫਿਰ ਉਹ ਚੀਜ਼ਾਂ ਰਿਪੀਟ ਕਰਨ ਲੱਗੇ। ਉਸ ਤੋਂ ਦੂਸਰੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਜਦੋਂ ਕੰਪੇਨ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਇਸ ਵੇਲੇ ਬੈਲਟ ਦੇ ਉੱਤੇ ਹੈ। ਡੈਮੋਕ੍ਰੇਸੀ USA ਦੀ ਖਤਰੇ ਦੇ ਵਿੱਚ ਹੈ। ਸੋ ਇਹ ਇੱਕ ਬੜੀ ਵੱਡੀ ਸਟੇਟਮੈਂਟ ਹੈ। ਆਮ ਤੌਰ ਤੇ ਮਿਡ ਟਰਮ ਇਲੈਕਸ਼ਨਾਂ ਦੇ ਵਿੱਚ ਫਾਰਮਰ ਪ੍ਰੈਜ਼ੀਡੈਂਟ ਬਹੁਤ ਘੱਟ ਰੋਲ ਪਲੇ ਕਰਦੇ ਨੇ, ਐਕਸੈਪਟ ਦਿਸ ਟਾਈਮ। ਇਸ ਵਾਰੀ ਪ੍ਰੈਜ਼ੀਡੈਂਟ ਟਰੰਪ ਨੇ ਐਕਟਿਵ ਰੋਲ ਪਾਰਟਿਸਿਪੇਟ ਕੀਤਾ ਆਪਦਾ ਤੇ ਸਪੀਚਾਂ ਦੇ ਵਿੱਚ, ਰੈਲੀਆਂ ਦੇ ਵਿੱਚ।
ਉਹਦੇ ਨਾਲ ਮਾਹੌਲ ਬਹੁਤ ਟੌਕਸਿਕ ਹੋ ਗਿਆ। ਹੁਣ ਪ੍ਰੈਜ਼ੀਡੈਂਟ ਓਬਾਮਾ ਨੇ ਜਦੋਂ ਕੈਂਪੇਨ ਦੇ ਵਿੱਚ ਹਿੱਸਾ ਲਿਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੂਜੇ ਪਾਸੇ ਲੈ ਰਹੇ ਨੇ, ਰਿਪਬਲਿਕਨ ਦੇ ਵਿੱਚ ਡੈਮੋਕ੍ਰੈਟ ਦੇ ਵਿੱਚੋਂ ਪ੍ਰੈਜ਼ੀਡੈਂਟ ਓਬਾਮਾ ਨਾਲ ਪਾਰਟਿਸਿਪੇਟ ਕਰ ਰਹੇ ਨੇ, ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਹੈ। ਰਾਦਰ ਉਹਨਾਂ ਨੇ ਕਿਹਾ ਕਿ ਡੈਮੋਨਾਈਜ਼ਿੰਗ ਜਿਹੜੀਆਂ ਸਟੇਟਮੈਂਟ ਨੇ ਇੱਕ ਦੂਜੇ ਨੂੰ ਮਾੜਾ ਦਿਖਾਉਣ ਵਾਲੀਆਂ, ਉਹਨਾਂ ਦੇ ਨਾਲ ਕੰਟਰੀ ਦੇ ਵਿੱਚ ਡਿਵੀਜ਼ਨ ਹੁੰਦੀ ਹੈ। ਕੁਝ ਪੋਲੀਟੀਸ਼ੀਅਨ ਜਾਣਬੁੱਝ ਕੇ ਦੇਸ਼ ਨੂੰ ਡਿਵਾਈਡ ਕਰ ਰਹੇ ਨੇ। ਅੱਛਾ ਜੀ। ਤੇ ਇਹਦੇ ਨਾਲ ਲੋਕ ਗੁੱਸੇ ਵਿੱਚ ਵੀ ਨੇ ਤੇ ਇਹਦੇ ਨਾਲ ਡਰ ਵੀ ਲੱਗ ਰਿਹਾ ਤੇ ਆਪਦੀ ਐਡਵਾਂਟੇਜ ਦੇ ਲਈ ਦੇਸ਼ ਦਾ ਨੁਕਸਾਨ ਕਰ ਰਹੇ ਨੇ। ਹੈ ਵੀ ਇਸੇ ਤਰ੍ਹਾਂ ਹੀ। ਅਮਰੀਕਾ ਇਸ ਵੇਲੇ ਬਹੁਤ ਜ਼ਿਆਦਾ ਡਿਵਾਈਡਡ ਹੈ, ਪੋਲਰਾਈਜ਼ਡ ਹੈ। ਜਿਹੜੇ ਡੈਮੋਕ੍ਰੈਟਸ ਨੇ ਉਹ ਡੈਮੋਕ੍ਰੈਟ ਨੂੰ ਵੋਟ ਪਾਉਣਗੇ, ਰਿਪਬਲਿਕਨ ਨੂੰ ਪਾਉਣਗੇ, ਦੈਟ ਇਜ਼ ਨੈਚੁਰਲ। ਪਰ ਜਿਹੜੇ ਅਨਡਿਸਾਈਡਡ ਨੇ ਉਹਨਾਂ ਨੇ ਬੇਸਿਕਲੀ ਡਿਸਾਈਡ ਕਰਨਾ। ਪਰ ਅਮਰੀਕਾ ਸਵਿੰਗ ਵੋਟਰਸ ਹਾਂ, ਅਮਰੀਕਾ ਇੰਨਾ ਕੁ ਜ਼ਿਆਦਾ ਡਿਵਾਈਡਡ ਹੈ, ਇਹ ਵੀ ਲੱਗ ਰਿਹਾ ਕਿ ਹੋ ਸਕਦਾ ਇਲੈਕਸ਼ਨ ਤੋਂ ਬਾਅਦ ਰਿਜ਼ਲਟਸ ਨੂੰ ਲੈ ਕੇ ਐਡੀ ਵੱਡੀ ਕੰਟਰੋਵਰਸੀ ਹੋਵੇ ਕਿ ਵਾਇਲੈਂਸ ਵੀ ਹੋਵੇ ਸਟਰੀਟ ਦੇ ਉੱਤੇ। ਹੁਣ ਜੇ ਅਸੀਂ ਕਰੰਟ ਇਲੈਕਸ਼ਨਾਂ ਦੇਖਦੇ ਹਾਂ, ਕਿਉਂਕਿ ਵੋਟਾਂ ਕਈ ਦਿਨਾਂ ਤੋਂ ਪੈ ਰਹੀਆਂ ਨੇ, ਐਡਵਾਂਸ ਵੋਟਿੰਗ ਹੈ, ਤੇ ਉਹਦੇ ਵਿੱਚ ਐਰੀਜ਼ੋਨਾ ਸਟੇਟ ਦੇ ਵਿੱਚ ਤਕਰੀਬਨ 100 ਦੇ ਕਰੀਬ ਥ੍ਰੈਟਸ ਮਿਲੀਆਂ ਨੇ। ਜਿਹੜੇ ਕੰਮ ਇਲੈਕਸ਼ਨ ਦੇ ਉੱਥੇ ਵਰਕਰਸ ਕੰਮ ਕਰਦੇ ਨੇ, ਉਹਨਾਂ ਨੂੰ ਸੋਸ਼ਲ ਮੀਡੀਆ ਦੇ ਥ੍ਰੈਟ ਮਿਲੀਆਂ ਨੇ, ਅਦਰਵਾਈਜ਼ ਥ੍ਰੈਟਸ ਮਿਲੀਆਂ ਨੇ। ਤੇ ਇੱਥੋਂ ਤੱਕ ਕਿ ਜਿਹੜੇ ਲਾ ਸੂਟਸ ਨੇ ਉਹ ਵੀ ਫਾਈਲ ਕੀਤੇ ਗਏ ਨੇ। ਹਜੇ ਇਲੈਕਸ਼ਨਾਂ ਸ਼ੁਰੂ ਹੋਈਆਂ ਨੇ, ਐਡਵਾਂਸ ਵੋਟਿੰਗ 100 ਦੇ ਕਰੀਬ ਲਾ ਸੂਟ ਵੀ ਫਾਈਲ ਕੀਤੇ ਜਾ ਚੁੱਕੇ ਨੇ ਆਲਰੇਡੀ। ਉਹਨਾਂ ਦੇ ਵਿੱਚ ਮੇਨ ਮੁੱਦਾ ਜਿਵੇਂ ਜ਼ਿਆਦਾ ਹੋਰ ਰਿਪਬਲਿਕਨਸ ਵੱਲੋਂ ਫਾਈਲ ਕੀਤੇ ਗਏ ਨੇ ਬਾਈ ਦਾ ਵੇ। ਤੇ ਉਹਨਾਂ ਦੇ ਵਿੱਚ ਇਹ ਜ਼ਿਆਦਾ ਮੁੱਦਾ ਹੈਗਾ ਮੇਲ ਇਨ ਬੈਲਟਸ ਨੂੰ ਲੈ ਕੇ, ਜਾਂ ਅਰਲੀ ਵੋਟਿੰਗ ਨੂੰ ਲੈ ਕੇ, ਵੋਟਰਸ ਦੀ ਐਕਸੈਸ ਨੂੰ ਲੈ ਕੇ, ਵੋਟਿੰਗ ਮਸ਼ੀਨਾਂ ਨੂੰ ਲੈ ਕੇ, ਵੋਟਰਸ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ, ਤੇ ਮਿਸਮਾਰਕਡ ਜਾਂ ਜਿਹੜੇ ਐਬਸੈਂਟੀ ਬੈਲਟਸ ਨੇ ਉਹਨਾਂ ਨੂੰ ਲੈ ਕੇ, ਤੇ ਪੋਲ ਵਾਚ ਕਰਦੇ ਨੇ ਜਿਹੜੇ ਉਹਨਾਂ ਦੀ ਐਕਸੈਸ ਨੂੰ ਲੈ ਕੇ ਲਾਸੂਟ ਆਲਰੇਡੀ ਫਾਈਲ ਕੀਤੇ ਜਾ ਚੁੱਕੇ ਨੇ। ਪਰ ਕੀ ਇਹ ਪਹਿਲੀ ਵਾਰੀ ਹੋਇਆ ਕਿ ਜਾਂ ਪਹਿਲਾਂ ਵੀ ਜਿਹੜੀਆਂ ਵੀ ਐਂਟੀ ਪਾਰਟੀ ਹੁੰਦੀ ਜਿਹੜੀ ਸੱਤਾ 'ਚ ਨਹੀਂ ਹੁੰਦੀ ਇਦਾਂ ਕਰਦੀ ਹੀ ਰਹਿੰਦੀ ਆ? ਦੇਖੋ, ਪਹਿਲਾਂ ਘੱਟ ਹੋਏ ਨੇ ਬਹੁਤ, ਕਦੇ ਨੈਗਲੀਜੀਬਲ, ਪਰ ਪ੍ਰੈਜ਼ੀਡੈਂਟ ਟਰੰਪ ਤੋਂ ਬਾਅਦ ਇੰਨੇ ਕੁ ਜ਼ਿਆਦਾ ਹੋਣ ਲੱਗੇ ਕਿ ਹੁਣ ਮੇਨ ਮੁੱਦਾ ਹੀ ਇਹ ਹੋ ਗਿਆ ਕਿ ਇਲੈਕਸ਼ਨ ਫਰਾਡ ਹੈ। ਹਾਰੀ ਹੋਈ ਪਾਰਟੀ ਇਹ ਕਹਿ ਸਕਦੀ ਹੈ ਕਿ ਇਲੈਕਸ਼ਨ ਫਰਾਡ ਹੈ। ਭਾਵੇਂ ਇਹ ਦੁਨੀਆ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਅਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ। ਹੁਣੇ ਬ੍ਰਾਜ਼ੀਲ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਹੈ, ਉੱਥੇ ਵੀ ਵਾਇਲੈਂਸ ਚੱਲਦੀ ਹੈ। ਤੇ ਇਸ ਕਰਕੇ ਕਿ ਹਾਰੇ ਹੋਏ ਬੋਲਸੋਨਾਰੋ ਨੇ ਐਕਸੈਪਟ ਨਹੀਂ ਕੀਤਾ, ਕੰਸੀਡ ਨਹੀਂ ਕੀਤੀ ਆਪਦੀ ਡਿਫੀਟ, ਉੱਥੇ ਵਾਇਲੈਂਸ ਹੋ ਰਹੀ ਹੈ। ਅੱਛਾ, ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦੀ ਪੋਪੂਲੈਰਿਟੀ ਵੀ ਘਟਣ ਦਾ ਨਾਂ ਨਹੀਂ ਲੈ ਰਹੀ। ਕਿ ਉਹ ਵੀ ਇਹਦੇ ਵਿੱਚ ਨਾਲ ਅਸਰ ਪਾਉਂਦੀ ਹੈ, ਚੀਜ਼ ਨਾਲ ਫਰਕ ਪੈਂਦਾ, ਕਿਉਂਕਿ ਲੋਕਾਂ ਦਾ ਮਾਈਂਡਸੈਟ ਹੈ ਤੇ ਉਹਨਾਂ ਦੀ ਪੋਪੂਲੈਰਿਟੀ ਨਹੀਂ ਘਟ ਰਹੀ ਨਾ। ਦੇਖੋ, ਪਹਿਲਾਂ ਕਾਫੀ ਦੇਰ ਪਹਿਲਾਂ, ਲੈਟਸ ਸੇ ਜੁਲਾਈ ਦੇ ਵਿੱਚ ਰਿਪਬਲਿਕਨ ਦੀ ਪੋਪੂਲੈਰਿਟੀ ਬਹੁਤ ਸੀ, ਡੈਮੋਕ੍ਰੈਟਸ ਦੀ ਘੱਟ ਸੀਗੀ। ਪਰ ਹੁਣ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਦੀ ਪੋਪੂਲੈਰਿਟੀ ਵਧੀ ਹੈ ਤੇ ਡੈਮੋਕ੍ਰੈਟਸ ਦੀ ਪੋਪੂਲੈਰਿਟੀ ਵਧੀ ਹੈ। ਕੀ ਉਹ ਇਲੈਕਸ਼ਨਾਂ 'ਚ ਟਰਾਂਸਲੇਟ ਹੋਏਗੀ ਕਿ ਨਹੀਂ, ਇਹ ਕੁਐਸਚਨ ਮਾਰਕ ਹੈ। ਪਰ ਪ੍ਰੈਜ਼ੀਡੈਂਟ ਟਰੰਪ ਦੀ ਪੋਪੂਲੈਰਿਟੀ ਸਟੇਬਲ ਹੈ, ਕੁਝ ਸਮਾਂ ਵੱਧਦੀ ਵੀ ਰਹੀ ਹੈ। ਪਰ ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਚਾਰਜ ਕੀਤਾ ਜਾਣਾ, ਇੰਡਾਈਟ ਕੀਤੇ ਜਾਣਗੇ, ਲੱਗਦਾ ਇੱਦਾਂ ਗਾ ਕਿ ਉਹਨਾਂ ਨੂੰ ਚਾਰਜ ਕੀਤਾ ਜਾਏਗਾ। ਸੋ ਇਸ ਕਰਕੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪੋਪੂਲੈਰਿਟੀ ਨੂੰ ਬਰਕਰਾਰ ਰੱਖਣ ਲਈ, ਪਲੱਸ ਕਿ ਉਹਨਾਂ ਨੂੰ ਚਾਰਜ ਨਾ ਕੀਤਾ ਜਾਵੇ, ਉਹਨਾਂ ਨੇ ਕੱਲ ਫਲੋਰੀਡਾ ਦੇ ਵਿੱਚ ਰੈਲੀ ਦੇ ਵਿੱਚ ਇਹ ਵੀ ਹਿੰਟ ਦਿੱਤਾ ਕਿ ਉਹ ਅਗਲੀ ਇਲੈਕਸ਼ਨ 'ਚ ਰਨ ਕਰਨਗੇ। ਕਿਆਸ ਲਾਏ ਜਾਂਦੇ ਨੇ ਕਿ ਇਲੈਕਸ਼ਨ ਤੋਂ ਇਮੀਡੀਏਟਲੀ ਬਾਅਦ 14 ਨਵੰਬਰ ਨੂੰ ਪ੍ਰੈਜ਼ੀਡੈਂਟ ਟਰੰਪ ਅਨਾਉਂਸ ਕਰਨਗੇ ਅਗਲੀ ਵਾਰੀ ਕਿ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦੇ ਖਿਲਾਫ ਐਜ਼ ਪ੍ਰੈਜ਼ੀਡੈਂਟ ਰਨ ਕਰਨਗੇ। ਜੇ ਇਸੇ ਕਰਕੇ ਉਹਨਾਂ ਨੇ ਫਲੋਰੀਡਾ ਦੇ ਗਵਰਨਰ ਨੂੰ ਵੱਡੀ ਕੰਪੇਨ ਰੈਲੀ 'ਚ ਨਹੀਂ ਬੁਲਾਇਆ, ਕਿਉਂਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਫਲੋਰੀਡਾ ਦੇ ਗਵਰਨਰ ਪ੍ਰੈਜ਼ੀਡੈਂਟ ਟਰੰਪ ਨੂੰ ਚੈਲੰਜ ਕਰਨਗੇ। ਸੋ ਉਹਨਾਂ ਦੇ ਖਿਲਾਫ ਪ੍ਰਾਇਮਰੀ 'ਚ ਲੜਨਗੇ। ਸੋ ਉਹਨਾਂ ਨੇ ਸੱਦਿਆ ਹੀ ਨਹੀਂ ਉਹਨੂੰ ਉਸ ਰੈਲੀ ਦੇ ਵਿੱਚ। ਤੇ ਇਹਦਾ ਮਤਲਬ ਇਹ, ਹਾਂਜੀ, ਕੁਝ ਇਹਦੇ ਨਾਲ ਦੀ ਜੁੜਦੀ ਗੱਲ ਹੈ। ਕੋਈ ਨਹੀਂ, ਤੁਸੀਂ, ਮੈਂ ਚੱਲੀ ਜਾਣਾ। ਮੈਂ ਐਲਨ ਮਸਕ ਹੁਣਾਂ ਦੀ ਗੱਲ ਕਰਨੀ ਸੀ। ਉਹ ਵੱਡੇ ਅਮੀਰ ਬੰਦਿਆਂ ਦੁਨੀਆ 'ਚ ਆਉਂਦੇ ਨੇ, ਟੈਸਲਾ ਦੇ ਮੁਖੀਆ ਨੇ, ਸਪੇਸ ਤੇ ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ ਨੇ। ਹੁਣ ਰੀਸੈਂਟਲੀ ਚਰਚਾ ਦੇ ਵਿੱਚ ਹੈ ਜਦੋਂ ਉਹਨਾਂ ਨੇ ਟਵਿੱਟਰ ਬਾਏ ਕੀਤਾ, ਉਹ ਜਿੰਨਾ ਹਾਲਾਤਾਂ ਦੇ ਵਿੱਚ ਜਿਸ ਢੰਗ ਤਰੀਕੇ ਨਾਲ ਬਾਏ ਹੋਇਆ, ਤੇ ਉਹ ਹੁਣ ਰਿਪਬਲਿਕਨਸ ਨੂੰ ਇੰਡੋਰਸ ਕੀਤਾ ਉਹਨਾਂ ਨੇ। ਉਹ ਅੱਜ ਦੀ ਬਹੁਤ ਵੱਡੀ ਖਬਰ ਬਣੀ ਪਈ ਹੈ, ਕਿਉਂਕਿ ਵੱਡਾ ਚਿਹਰਾ ਜਦੋਂ ਇਦਾਂ ਖੁੱਲ੍ਹ ਕੇ ਸਾਹਮਣੇ ਆਉਂਦਾ, ਨਾਲੇ ਕਾਰੋਬਾਰੀ, ਉਹਦਾ ਅਸਰ ਪੈਂਦਾ ਕਿਤੇ ਢੰਗ ਤਰੀਕੇ ਨਾਲ, ਕਿਉਂਕਿ ਹੁਣ ਸੋਸ਼ਲ ਮੀਡੀਆ ਦੀ ਪਾਵਰ ਉਹਨਾਂ ਦੇ ਕੋਲ ਆ। ਨਾਲ ਦੀ ਨਾਲ ਹੋਰ ਬਿਜ਼ਨਸ ਦੇ ਵਿੱਚ ਵੀ ਕਾਫੀ ਵੱਡੇ ਯੋਗਦਾਨ ਨੇ। ਫਰਕ ਪੈਂਦਾ ਜਦੋਂ ਇਦਾਂ ਕਰਕੇ ਵੱਡਾ ਚਿਹਰਾ ਕੋਈ ਇੰਡੋਰਸ ਕਰਦਾ। ਦੇਖੋ, ਇਲੈਕਸ਼ਨਾਂ ਦੇ ਵਿੱਚ ਅਕਸਰ ਇੰਡੋਰਸਮੈਂਟਾਂ ਹੁੰਦੀਆਂ ਨੇ, ਉਹਨਾਂ ਦਾ ਕਈ ਵਾਰੀ ਫਰਕ ਪੈਂਦਾ, ਕਈ ਵਾਰੀ ਨਹੀਂ ਪੈਂਦਾ।
ਤੇ ਜਦੋਂ ਹੁਣ ਐਲਨ ਮਸਕ ਨੇ ਅਨਾਉਂਸ ਕੀਤਾ ਜਦੋਂ ਉਹਨਾਂ ਨੇ ਟਵਿੱਟਰ ਟੇਕ ਓਵਰ ਕੀਤਾ ਉਸ ਤੋਂ ਪਹਿਲਾਂ ਵੀ ਇਹ ਕਿਹਾ ਸੀ ਸ਼ਾਇਦ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਬਹਾਲ ਕਰ ਦੇਣ ਟਵਿੱਟਰ ਦੇ ਉੱਤੇ, ਜਿਹੜੇ ਕਿ ਉਹ ਬੈਨ ਕੀਤੇ ਹੋਏ ਨੇ। ਤੇ ਜਦੋਂ ਹੁਣ ਐਂਡੋਰਸ ਕੀਤਾ ਤਾਂ ਮਤਲਬ ਰਿਪਬਲਿਕਨ ਦੇ ਲਈ ਸਪੋਰਟ ਤਾਂ ਦਿੱਤੀ ਹੈ ਉਹਨਾਂ ਨੇ। ਹੋ ਸਕਦਾ ਟਵਿੱਟਰ ਨੂੰ ਯੂਜ਼ ਕੀਤਾ ਜਾਵੇ ਐਜ਼ ਅ ਸੋਸ਼ਲ ਮੀਡੀਆ ਇਨ ਫੇਵਰ ਆਫ ਰਿਪਬਲਿਕਨਸ, ਜਾਂ ਡੈਮੋਕ੍ਰੈਟ ਐਟਲੀਸਟ ਐਲੀਗੇਸ਼ਨ ਤਾਂ ਲਾ ਸਕਣਗੇ ਕਿ ਜੇ ਉਹਨਾਂ ਦਾ ਮਾਲਕ ਇੱਕ ਪ੍ਰਾਈਵੇਟ ਕੰਪਨੀ ਦਾ ਮਾਲਕ ਐਂਡੋਰਸ ਕਰ ਰਿਹਾ ਤੇ ਉਹ ਪ੍ਰਾਈਵੇਟ ਕੰਪਨੀ ਸੋਸ਼ਲ ਮੀਡੀਆ ਦਾ ਇੱਕ ਬੜਾ ਵੱਡਾ ਅੰਗ ਹੈ, ਤਾਂ ਉਹਨਾਂ ਦਾ ਰੋਲ ਫੇਅਰ ਨਹੀਂ ਹੈ। ਦੂਸਰੇ ਪਾਸੇ ਜੇ ਅਸੀਂ 10 ਵੱਡੇ ਡੋਨਰਸ ਦੇਖਦੇ ਹਾਂ ਜਿਨ੍ਹਾਂ ਨੇ ਪੈਸੇ ਡੋਨੇਟ ਕੀਤੇ ਨੇ ਪਾਰਟੀਆਂ ਨੂੰ, ਤਾਂ $168 ਮਿਲੀਅਨ ਡੈਮੋਕ੍ਰੈਟਸ ਨੂੰ, 338 ਮਿਲੀਅਨ ਰਿਪਬਲਿਕਨਸ ਨੂੰ ਡੋਨੇਟ ਹੋਇਆ ਸਿਰਫ ਟੌਪ ਦੇ 10 ਵੱਡੇ ਡੋਨਰਸ ਵੱਲੋਂ। ਅੱਛਾ, ਸੋ ਬਿਜ਼ਨਸਮੈਨ ਇਨਫਲੂਐਂਸ ਜ਼ਰੂਰ ਕਰਦੇ ਨੇ। ਪਰ ਰਿਪਬਲਿਕਨਸ ਨੂੰ ਡਬਲ ਹੋ ਗਿਆ ਜੀ ਆਲਮੋਸਟ। ਹਾਂ, ਆਲਮੋਸਟ ਡਬਲ ਆ, ਮਤਲਬ ਜਿਹੜੀ ਮੌਜੂਦਾ ਪਾਵਰ ਦੇ ਵਿੱਚ ਪਾਰਟੀ ਅੱਧਾ ਉਹਨਾਂ ਨੂੰ ਡੋਨੇਟ ਹੋਇਆ। ਹਾਂ, ਪਰ ਆਪਾਂ ਗੱਲ ਕਰ ਰਹੇ ਹਾਂ ਟੌਪ ਡੋਨਰਸ ਦੀ। ਹੁਣ ਜਿਹੜੇ ਛੋਟੇ ਛੋਟੇ ਡੋਨਰ ਨੇ ਹੋ ਸਕਦਾ ਉਹਨਾਂ ਨੇ ਵੱਧ ਅਮਾਉਂਟ ਡੋਨੇਟ ਕੀਤਾ ਹੋਵੇ। ਪਰ ਇਹਦਾ ਸ਼ਾਇਦ ਇਹ ਵੀ ਆ ਕਿਉਂਕਿ ਜੋ ਬਾਈਡਨ ਹੁਣੀ ਪ੍ਰੈਜ਼ੀਡੈਂਟ ਸਾਹਿਬ ਅਕਸਰ ਜਿਹੜੇ 1% ਜਿਹੜੇ ਟੌਪ ਵਾਲੇ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਚੱਲਦੇ ਨੇ। ਕਾਫੀ ਟਵੀਟਸ ਜਾਂ ਪਿਛਲੇ ਸਮੇਂ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਵੀ ਉਹਨਾਂ ਦੇ ਕਾਫੀ ਖਿਲਾਫ ਰਹੇ ਵੀ ਉਹਨਾਂ ਦੇ ਟੈਕਸ ਵਧਾਏ ਜਾਣਗੇ, ਜਾਂ ਉਹਨਾਂ ਨੂੰ ਫਲਾਣਾ ਟੈਕਸ ਲਾਇਆ ਜਾਊ, ਉਹਨਾਂ ਨੂੰ ਛੋਟ ਨਹੀਂ ਦਿੱਤੀ ਜਾਊਗੀ। ਇਦਾਂ ਦੀਆਂ ਚਰਚਾਵਾਂ ਵੀ ਫਰਕ ਪੈਂਦੀਆਂ। ਹਾਂ, ਪੈਂਦੀਆਂ ਨੇ, ਕਿਉਂਕਿ ਗਵਰਨਮੈਂਟ ਦੇ ਵਿੱਚ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ ਕਿ ਟੈਕਸੇਸ਼ਨ ਫੇਅਰ ਹੋਵੇ ਤੇ ਜ਼ਿਆਦਾ ਅਮੀਰ ਲੋਕ ਜ਼ਿਆਦਾ ਟੈਕਸ ਪੇ ਕਰਨਗੇ। ਸਾਰਿਆਂ ਨਾਲੋਂ ਵੱਡਾ ਮੁੱਦਾ ਇਸ ਵੇਲੇ ਇਹ ਹੈ ਇਲੈਕਸ਼ਨ ਦੇ ਵਿੱਚ ਕਿ ਇਕਨੋਮੀ ਨੂੰ ਗਰੋ ਕਰਨ ਦੇ ਲਈ, ਤੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਇਨਫਲੇਸ਼ਨ, ਜਿਹੜੀ ਕਿ 82% ਲੋਕ ਉਹਦੇ ਲਈ ਕੰਸਰਨਡ ਨੇ। ਇਸ ਤੋਂ ਬਿਨਾਂ ਰੀਪਰੋਡਕਟਿਵ ਰਾਈਟਸ ਨੇ, ਉਹ ਦਾਅ ਦੇ ਉੱਤੇ ਨੇ। ਹੁਣ ਜੇ ਸੈਨੇਟ ਦੀ ਗੱਲ ਕਰੀਏ, ਕੀ ਕਿਆਸ ਨੇ ਵੀ ਕਿਹਦੇ ਹਾਈ ਨੰਬਰਸ ਰਹਿਣਗੇ, ਕਿਹਦੇ ਪਾਰਟੀ ਵਾਲੇ ਵੱਧ ਸੈਨੇਟਰਸ ਇਸ ਵਾਰੀ ਚੁਣੇ ਜਾਣਗੇ? ਦੇਖੋ, ਇਸ ਵਾਰੀ ਸੈਨੇਟ ਦੇ ਵਿੱਚ 35 ਸੈਨੇਟਰ ਚੁਣੇ ਜਾਣੇ ਨੇ। 21 ਸੀਟਾਂ ਨੇ ਜਿਹੜੀਆਂ ਉਹ ਰਿਪਬਲਿਕਨਸ ਹੋਲਡ ਕਰਦੀਆਂ ਨੇ ਤੇ 14 ਡੈਮੋਕ੍ਰੈਟਸ ਹੋਲਡ ਕਰਦੇ ਨੇ। ਅੱਛਾ, ਹੁਣ ਜਿਹੜੀਆਂ 21 ਸੈਨੇਟ ਦੀਆਂ ਪੋਜੀਸ਼ਨਾਂ ਰਿਪਬਲਿਕਨ ਹੋਲਡ ਕਰਦੇ ਨੇ, ਉਹਨਾਂ ਦੇ ਵਿੱਚੋਂ ਕੀ ਸਥਿਤੀ ਹੈ ਤੇ ਡੈਮੋਕ੍ਰੈਟਸ ਦੀ ਕੀ ਹੈ? ਇਹ ਲੱਗ ਰਿਹਾ ਕਿ ਰਿਪਬਲਿਕਨ 21 ਦੇ ਵਿੱਚੋਂ 12 ਤਾਂ ਗਰੰਟਿਡ ਜਿੱਤਣਗੇ, ਪੱਕੀਆਂ ਜਿੱਤਣਗੇ। 7 ਨੇ ਸ਼ਾਇਦ ਉਹ ਜਿੱਤ ਜਾਣ, ਤੇ 2 ਨੇ ਜਿਹੜੀਆਂ ਉਹ ਟੌਸ ਨੇ, ਜਿੱਤਣ ਕਿ ਨਾ ਜਿੱਤਣ। ਕੁਛ ਇਸ ਤਰ੍ਹਾਂ ਬਾਕੀ ਦੀਆਂ ਜਿਹੜੀ ਬਚੀਆਂ ਨੇ ਉਹ ਵੀ ਇਸ ਤਰੀਕੇ ਨਾਲ ਹੀ ਨੇ। ਹੁਣ ਜਿਹੜੀਆਂ 12 ਸੀਟਾਂ ਜਿੱਤਣੀਆਂ ਨੇ, ਉਹ ਕਿਹਾ ਜਾਂਦਾ ਹੈ ਕਿ ਆਈਡਾਹੋ, ਨਾਰਥ ਡਕੋਟਾ, ਸਾਊਥ ਡਕੋਟਾ, ਓਕਲਾਹੋਮਾ, ਮੋਂਟਾਨਾ, ਅਰਕੈਨਸਾਸ, ਲੂਜ਼ੀਆਨਾ, ਇੰਡੀਆਨਾ, ਕੰਟਕੀ, ਐਲਬਾਮਾ, ਸਾਊਥ ਕੈਰੋਲੀਨਾ, ਇਹ ਪੱਕੀਆਂ ਜਿੱਤੀਆਂ ਮੋਸਟਲੀ ਈਸਟ। ਹਾਂ, ਮੋਸਟਲੀ ਮਿਡਵੈਸਟ ਤੇ ਈਸਟਰਨ ਸਟੇਟਸ। ਅੱਛਾ, ਜਿਹੜੀਆਂ ਸ਼ਾਇਦ ਜਿੱਤ ਜਾਣ ਉਹ ਹੈਗੀਆਂ ਨੇ ਯੂਟਾ ਦੇ ਵਿੱਚ, ਆਇਓਵਾ, ਫਲੋਰੀਡਾ, ਅਰਕੈਨਸਾਸ, ਵਿਸਕੌਨਸਨ, ਓਹਾਇਓ, ਨਾਰਥ ਕੈਰੋਲੀਨਾ, ਇਹ ਸ਼ਾਇਦ ਜਿੱਤ ਜਾਣ। ਹੁਣ ਜਿਹੜੀਆਂ ਟਫ ਨੇ ਉਹ ਹੈਗੀਆਂ ਨੇ ਨੇਵਾਡਾ ਤੇ ਜਾਰਜੀਆ ਦੀਆਂ। ਦੂਸਰੇ ਪਾਸੇ ਜੇ ਅਸੀਂ ਡੈਮੋਕ੍ਰੈਟਸ ਵੱਲ ਦੇਖਦੇ ਹਾਂ ਤਾਂ 8 ਸੀਟਾਂ ਤਾਂ ਪੱਕੀਆਂ ਜਿੱਤ ਜਾਣਗੇ 14 ਦੇ ਵਿੱਚੋਂ। ਕੈਲੀਫੋਰਨੀਆ, ਓਰੇਗਨ, ਇਲੀਨੋਏ, ਨਿਊਯਾਰਕ, ਵਰਮੌਂਟ, ਕਨੈਟੀਕਟ, ਮੈਰੀਲੈਂਡ, ਹਵਾਈ, ਇਹ ਪੱਕੀਆਂ ਜਿੱਤ ਜਾਣਗੇ। ਸ਼ਾਇਦ ਜਿੱਤ ਜਾਣ 3 ਸੀਟਾਂ ਵਾਸ਼ਿੰਗਟਨ, ਕੋਲੋਰਾਡੋ, ਨਿਊ ਹੈਂਪਸ਼ਾਇਰ, ਤੇ ਲੀਨਿੰਗ ਟੂਵਰਡਸ ਵਿਨਿੰਗ ਐਰੀਜ਼ੋਨਾ ਤੇ ਪੈਨਸਿਲਵੇਨੀਆ। ਹਾਂਜੀ, ਇਹਨਾਂ ਦਾ। ਸੋ ਇਸ ਕਰਕੇ ਇਹ ਜਿਹੜੀ ਸਥਿਤੀ ਆ ਇਹ ਕਾਫੀ ਕੰਪਲੀਕੇਟਡ ਹੈ। ਕਿਹਾ ਜਾਂਦਾ ਕਿ ਜੇ ਮੈਂ ਸਾਰੇ ਨੂੰ ਸਮਰਾਈਜ਼ ਕਰਾਂ ਕਿ 10 ਡੈਮੋਕ੍ਰੈਟਸ ਤੇ 18 ਰਿਪਬਲਿਕਨ ਤੇ 7 ਕੰਪੈਟੀਟਿਵ ਸਟੇਟਾਂ ਹੋ ਗਈਆਂ। ਜਿਹੜੀਆਂ ਜ਼ਿਆਦਾ ਕੰਪੈਟੀਟਿਵ ਨੇ ਜਾਂ ਉਹਨਾਂ ਚੋਂ 5 ਟੌਸ ਵਾਲੀਆਂ ਨੇ, ਜੇ ਕੋਈ ਪਤਾ ਨਹੀਂ ਕੀ ਹੋਣਾ, ਜਿੱਥੇ ਸਾਰਿਆਂ ਲੋਕਾਂ ਨੂੰ ਫੋਕਸ ਕਰਨ ਦੀ ਲੋੜ ਹੈ, ਰਿਜ਼ਲਟ ਦੇਖਣ ਵਾਲਿਆਂ ਨੂੰ ਕਿ ਕੀ ਹੋਏਗਾ, ਉਹਨਾਂ ਦੇ ਲਈ 5 ਸੀਟਾਂ ਨੇ ਜਿਹੜੀਆਂ ਜ਼ਰੂਰੀ ਦੇਖਣ ਵਾਲੀਆਂ ਨੇ। ਤੇ ਉਹਨਾਂ ਦੇ ਵਿੱਚੋਂ 3 ਡੈਮੋਕ੍ਰੈਟਸ ਹੋਲਡ ਕਰਦੇ ਨੇ, 2 ਰਿਪਬਲਿਕਨ ਹੋਲਡ ਕਰਦੇ ਨੇ। ਉਹ ਹੈਗੀਆਂ ਨੇ ਨੇਵਾਡਾ ਦੀ, ਬੜੀ ਟਾਈਟ ਹੈ ਰੇਸ। ਐਰੀਜ਼ੋਨਾ ਦੀ ਰੇਸ ਇਹ ਡੈਮੋਕ੍ਰੈਟਸ ਵੱਲ ਨੂੰ ਜਾ ਰਹੀ ਹੈ, ਤੇ ਜਾਰਜੀਆ ਦੀ ਰਿਪਬਲਿਕਨ ਲੀਡ ਕਰ ਰਹੇ ਨੇ ਲੱਗਦਾ। ਤੇ ਦੂਸਰੇ ਪਾਸੇ ਜਿਹੜੀਆਂ 2 ਰਿਪਬਲਿਕਨਸ ਦੀਆਂ ਨੇ, ਉਹ ਵਿਸਕੌਨਸਨ ਦੀ, ਉਹ ਵੀ ਟਾਈਟ ਰੇਸ ਹੈ, ਤੇ ਪੈਨਸਿਲਵੇਨੀਆ ਦੀ ਇਹ ਵੀ ਟਾਈਟ ਹੈ, ਪਰ ਹੋ ਸਕਦਾ ਡੈਮੋਕ੍ਰੈਟ ਉੱਥੇ ਜਿੱਤ ਜਾਣ। ਓਹਾਇਓ ਤੇ ਆਇਓਵਾ, ਫਲੋਰੀਡਾ, ਇਹਨਾਂ ਦਾ ਵੀ ਅਜੇ 100% ਨਹੀਂ ਪਤਾ ਕਿ ਕੀ ਹੋਏਗਾ। ਹੋ ਸਕਦਾ ਕਿ ਆਇਓਵਾ ਰਿਪਬਲਿਕਨ ਜਿੱਤ ਜਾਣ ਤੇ ਓਹਾਇਓ ਦੇ ਵਿੱਚ ਰਿਪਬਲਿਕਨ ਨੂੰ ਅੱਗੇ ਲੱਗ ਰਹੇ ਨੇ। ਠੀਕ ਹੈ, ਇਹ
ਇਹ ਹਾਊਸ ਦੀਆਂ ਆ ਗਈਆਂ। ਇਹ ਹੈਗੀਆਂ ਸੈਨੇਟ ਦੀਆਂ ਇਹ ਸੀਟਾਂ ਸਾਰੀਆਂ ਸਾਰੀਆਂ। ਹਾਂਜੀ। ਅੱਛਾ, ਹਾਊਸ ਦੀਆਂ ਉਧਰ ਵੀ ਕੀ ਮਾਹੌਲ ਆ? ਉਧਰ ਕੀ ਲੱਗਦਾ, ਉਧਰੋਂ ਕੀ ਕਿਆਸ ਨੇ? ਪਹਿਲਾਂ ਕੌਣ ਕਿੰਨੀਆਂ ਹੋਲਡ ਕਰਦਾ ਤੇ ਗਾਂ ਦਾ ਕੀ ਲੱਗਦਾ ਹੁਣ? ਦੇਖੋ 435 ਸੀਟਾਂ ਨੇ ਹਾਊਸ ਆਫ ਰੈਪਰੈਜ਼ੈਂਟੇਟਿਵ ਦੀਆਂ। ਉਹਨਾਂ ਚੋਂ ਮੈਜੋਰਿਟੀ ਦੇ ਲਈ 218 ਚਾਹੀਦੀਆਂ ਨੇ ਜਿੱਤਣ ਦੇ ਲਈ। ਤੇ ਇਸ ਵੇਲੇ ਤਾਂ ਭਾਵੇਂ ਮੈਜੋਰਿਟੀ ਡੈਮੋਕ੍ਰੈਟਸ ਦੀ ਹੈ, ਪਰ ਇਹ ਆਲਮੋਸਟ ਤੈਅ ਹੋ ਗਿਆ ਲੱਗਦਾ ਲੋਕਾਂ ਦੇ ਓਪੀਨੀਅਨ ਤੋਂ ਕਿ ਰਿਪਬਲਿਕਨਸ ਦੀ ਮੈਜੋਰਿਟੀ ਹੋ ਸਕਦੀ ਹੈ। ਅੱਛਾ। ਉਹਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੂੰ ਪ੍ਰੈਜ਼ੀਡੈਂਟ ਬਾਈਡਨ ਦਾ ਕੋਈ ਪੋਲਸ ਇੰਡੀਕੇਟ ਕਰਦੀਆਂ ਨੇ ਕਿ ਜਾਂ ਕਿਵੇਂ? ਕੁਝ ਪੋਲਸ ਇੰਡੀਕੇਟ ਕਰ ਰਹੇ ਨੇ, ਕੁਝ ਲੋਕ ਗੈਸ ਕਰ ਰਹੇ ਨੇ ਸਾਰੀ ਸਰਕਮਸਟੈਂਸਸ ਤੋਂ, ਪੋਲ ਸਟੇਟ ਬਾਈ ਸਟੇਟ ਦੇਖਣ ਤੋਂ ਬਾਅਦ। ਕਿਉਂਕਿ ਜੇ ਅਸੀਂ ਦੇਖਦੇ ਹਾਂ ਤਾਂ ਡੈਮੋਕ੍ਰੈਟਸ 182 ਸੀਟਾਂ ਉਹਨਾਂ ਦੀਆਂ ਸੋਲਿਡ ਨੇ ਜਿਹੜੀਆਂ ਉਹ ਜ਼ਰੂਰ ਜਿੱਤ ਜਾਣਗੇ। ਉਹਨਾਂ ਨੂੰ 36 ਹੋਰ ਚਾਹੀਦੀਆਂ ਨੇ। ਅੱਛਾ। ਆਪਦੀ ਮੈਜੋਰਿਟੀ ਲੈਣ ਦੇ ਲਈ 36 ਉਹਨਾਂ ਤੋਂ ਲਈਆਂ ਜਾ ਨਹੀਂ ਸਕਦੀਆਂ। ਦੂਸਰੇ ਪਾਸੇ 203 ਰਿਪਬਲਿਕਨ ਦੀਆਂ ਗਰੰਟਿਡ ਸੀਟਾਂ ਲੱਗਦੀਆਂ ਨੇ, ਉਹਨਾਂ ਨੂੰ ਸਿਰਫ 15 ਹੋਰ ਚਾਹੀਦੀਆਂ ਨੇ ਮੈਜੋਰਿਟੀ ਲੈਣ ਦੇ ਲਈ। ਉਹ ਪੋਸੀਬਿਲਿਟੀ ਲੱਗ ਰਹੀਆਂ ਨੇ। ਅੱਛਾ। ਸੋ ਇਸ ਕਰਕੇ ਇਹ ਕਿਆਸ ਲਾਇਆ ਜਾਂਦਾ ਕਿ ਰਿਪਬਲਿਕਨਸ ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਵਿੱਚ ਬਾਜੀ ਮਾਰ ਜਾਣਗੇ। ਅੱਛਾ, ਜੇ ਇਦਾਂ ਹੁੰਦਾ ਆ ਹਾਂਜੀ, ਉਹਦੇ ਨਾਲ ਫਰਕ ਕੀ ਪਊਗਾ? ਅਸਰ ਕਿੱਥੇ ਆਊਗਾ? ਮੰਨ ਲਓ ਸੈਨੇਟ ਦਾ ਜਿਵੇਂ ਤੁਸੀਂ ਕਿਉਂਕਿ ਜੇ ਹਾਊਸ ਦੇ ਵਿੱਚ ਕਿਸੇ ਹੋਰ ਦੀ ਮੈਜੋਰਿਟੀ ਹੋ ਗਈ ਤੇ ਕਾਂਗਰਸ ਦੇ ਵਿੱਚ ਹੋਰ ਜਿਹੜੀਆਂ ਡੈਮੋਕ੍ਰੈਟਸ ਦੀ ਆ, ਉਹਦੇ ਨਾਲ ਕੀ ਫਰਕ ਪੈਂਦਾ? ਅਸਰ ਕਿੱਥੇ ਆਉਂਦਾ? ਫਰਕ ਇਹ ਪਏਗਾ ਕਿ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੀ ਪਾਰਟੀ ਨੇ ਜਦੋਂ ਕੋਈ ਮੁੱਦਾ ਹਾਊਸ ਦੇ ਵਿੱਚੋਂ ਪਾਸ ਕਰਾਉਣਾ ਜਾਂ ਸੈਨੇਟ ਚੋਂ ਪਾਸ ਕਰਾਉਣਾ, ਜੇ ਉਹਨਾਂ ਕੋਲ ਮੈਜੋਰਿਟੀ ਨਹੀਂ ਹੈ ਤਾਂ ਉਹ ਮੁੱਦਾ ਪਾਸ ਨਹੀਂ ਹੋਏਗਾ। ਇਹਦਾ ਮਤਲਬ ਇਹ ਹੈ ਕਿ ਜੇ ਕੋਈ ਕਾਨੂੰਨ ਬਣਾਉਣੇ ਨੇ, ਕੋਈ ਬਿੱਲ ਨੇ, ਪ੍ਰੈਜ਼ੀਡੈਂਟ ਬਾਈਡਨ ਹੋਣਾ, ਹਾਂਜੀ, ਤਾਂ ਉਹ ਜੇ ਪੇਸ਼ ਕਰਨਗੇ ਤਾਂ ਉਹ ਪਾਸ ਨਹੀਂ ਹੋਣਗੇ। ਪਾਰਟੀਜ਼ਨ ਤਰੀਕੇ ਦੇ ਨਾਲ ਹਾਊਸ ਆਫ ਰੈਪਰੈਜ਼ੈਂਟੇਟਿਵ ਬਿਹੇਵ ਕਰੂਗਾ। ਤੇ ਇਹਦਾ ਮਤਲਬ ਇਹ ਹੈ ਕਿ ਅਗਲਾ ਉਹਨਾਂ ਦਾ ਏਜੰਡਾ ਉਹ ਸਹੀ ਤਰੀਕੇ ਦੇ ਨਾਲ ਅਗਲੇ 2 ਸਾਲ ਨਹੀਂ ਚੱਲੇਗਾ। ਪਰ ਇਸ ਹਿਸਾਬ ਨਾਲ ਤੇ ਕੋਈ ਵੀ ਬਿੱਲ ਨਹੀਂ ਪਾਸ ਹੋ ਪਾਊਗਾ। ਫਿਰ ਉਹ ਕਿਸੇ ਮੁੱਦੇ ਤੇ ਉਹ ਵੱਖਰਾ ਸਟੈਂਡ ਤੇ ਥਲੜੇ ਫਿਰ ਵੱਖਰਾ ਸਟੈਂਡ ਲੈਣਗੇ। ਨਹੀਂ, ਇਹ ਜ਼ਰੂਰੀ ਨਹੀਂ ਹੈ ਕਿ ਪਾਰਟੀਜ਼ਨ ਸਾਰੇ ਮੁੱਦਿਆਂ ਤੇ ਕੰਮ ਕਰਦੇ ਆ। ਜਦੋਂ ਬਜਟ ਪਾਸ ਕਰਨਾ, ਆਈ ਅੰਡਰਸਟੈਂਡ, ਲੋਕ ਵੀ ਅੰਡਰਸਟੈਂਡ ਕਰਦੇ ਨੇ ਕਿ ਕੋਈ ਹੀਟਡ ਡਿਬੇਟ ਹੁੰਦੀ ਹੈ। ਕਈ ਮੁੱਦੇ ਨੇ ਜਿਹੜੇ ਦੇਸ਼ ਦੇ ਲਈ, ਹੁਣ ਯੂਕਰੇਨ ਦੇ ਲਈ ਹੈਲਪ ਕਰਨੀ ਆ, ਮੈਨੂੰ ਨਹੀਂ ਲੱਗਦਾ ਕਿ ਰਿਪਬਲਿਕਨ ਜਾਂ ਡੈਮੋਕ੍ਰੈਟ ਦੋਨੇ ਪਿੱਛੇ ਹਟਣਗੇ, ਉਹ ਸਪੋਰਟ ਕਰਨਗੇ। ਇਸੇ ਤਰ੍ਹਾਂ ਹੋਰ ਬੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਪੋਰਟ ਕਰਨਗੇ। ਪਰ ਜਿਹੜੇ ਕਿੰਤੂ ਪਰੰਤੂ ਆ ਰਹੇ ਨੇ, ਹੁਣ ਪਿੱਛੇ ਜੇ ਡਿਬੇਟ ਹੋਈ ਸੀ ਅਬੋਰਸ਼ਨ ਦੇ ਉੱਤੇ, ਜਿਹੜਾ ਰੀਪਰੋਡਕਟਿਵ ਇਸ਼ੂ ਹੈ, ਸੋ ਉਹਨੂੰ ਲੈ ਕੇ ਪਾਰਟੀਆਂ ਆਪੋ ਆਪਣੀ ਪੋਜੀਸ਼ਨ ਲਈ ਬੈਠੀਆਂ ਨੇ। ਇਸੇ ਤਰ੍ਹਾਂ ਹੀ ਇਮੀਗ੍ਰੇਸ਼ਨ ਨੂੰ ਲੈ ਕੇ ਹੁਣ ਡੈਮੋਕ੍ਰੈਟਸ ਨੂੰ ਅਕਿਊਜ਼ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਸਮੇਂ ਦੇ ਵਿੱਚ ਅਸਾਈਲਮ ਸੀਕਰਸ ਦੀ ਗਿਣਤੀ ਵੱਧ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਈਜ਼ੀ ਮੰਨਿਆ ਜਾਂਦਾ ਇਮੀਗ੍ਰੇਸ਼ਨ ਲਈ। ਉਹਨਾਂ ਮੁੱਦਿਆਂ ਨੂੰ ਲੈ ਕੇ ਹੀਲਸ ਡਿਗਨ ਕਰਨਗੇ ਪੋਲੀਟੀਸ਼ੀਅਨਸ। ਤੇ ਪਰ ਕਈ ਬਾਕੀ ਦੇ ਇਸ਼ੂਜ਼ ਨੇ ਜਿਨ੍ਹਾਂ ਦੇ ਲਈ ਦੇਸ਼ ਦੇ ਲਈ ਉਹ ਜ਼ਿਆਦਾ ਪਾਰਟੀਜ਼ਨ ਇਸ਼ੂ ਨਹੀਂ ਹੈਗੇ। ਕੀ ਇਹ ਨਾਰਮਲ ਇਸ ਢੰਗ ਤਰੀਕੇ ਨਾਲ ਅਮਰੀਕਾ 'ਚ ਪਹਿਲਾਂ ਵੀ ਸਰਕਾਰਾਂ ਚੱਲਦੀਆਂ ਨੇ ਕਿ ਹਾਊਸ ਦੇ ਵਿੱਚ ਕਿਸੇ ਕੋ ਮੈਜੋਰਿਟੀ ਹੋਏ ਤੇ ਉਤਲੇ ਬੰਨੇ ਕਾਂਗਰਸ 'ਚ ਕਿਸੇ ਹੋਰ ਕੋ ਮੈਜੋਰਿਟੀ? ਹਾਂਜੀ, ਬਿਲਕੁਲ ਇੱਦਾਂ ਬਹੁਤ ਵਾਰ ਇੱਦਾਂ ਹੋਇਆ। ਜਿਸ ਤਰ੍ਹਾਂ ਮੈਂ ਦੱਸਿਆ ਪਹਿਲਾਂ ਕਿ ਪਿਛਲੀਆਂ 19 ਟਰਮਾਂ ਦੇ ਵਿੱਚ 13 ਟਰਮਾਂ 'ਚ ਤਾਂ ਇਨਕੰਬੈਂਟ ਲੂਜ਼ ਹੀ ਕਰ ਗਏ ਬਹੁਤ ਹਾਊਸਸ ਦੀ ਮੈਜੋਰਿਟੀ ਨੂੰ। ਵੈਸੇ ਅਮਰੀਕਾ ਇੱਕ ਬੜਾ ਅਜੀਬ ਦੇਸ਼ ਹੈ। ਇੱਥੇ ਡੈਮੋਕ੍ਰੇਸੀ ਜਿਹੜੀ ਉਹ ਫੈਡਰਲਿਜ਼ਮ ਹੈ। ਫੈਡਰਲਿਜ਼ਮ ਦਾ ਮਤਲਬ ਇਹ ਹੈ ਕਿ ਸਟੇਟਾਂ ਕੋਲ ਵੀ ਅਥਾਰਟੀਜ਼ ਹੈ ਤੇ ਫੈਡਰਲ ਗਵਰਨਮੈਂਟ ਕੋਲ ਵੀ ਹੈ। ਕੋਈ ਵੀ 2 ਸਟੇਟਸ ਨੇ ਜਿਹੜੀਆਂ, ਉਹਨਾਂ ਦੇ ਕਾਨੂੰਨ ਇੱਕੋ ਜਿਹੇ ਨਹੀਂ ਹੈ। ਅੱਛਾ, ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿ ਜੇ ਅਸੀਂ ਦੇਖੀਏ ਗਵਰਨਰਸ ਸਾਰੇ ਸਟੇਟਾਂ 'ਚ ਇਕੁਅਲ ਨਹੀਂ ਕ੍ਰੀਏਟ ਕੀਤੇ ਹੋਏ। 48 ਸਟੇਟਾਂ ਨੇ ਜਿੱਥੇ ਗਵਰਨਰ ਦੀ ਟਰਮ 4 ਸਾਲ ਦੀ ਹੈ। 2 ਸਟੇਟਾਂ ਨੇ ਨਿਊ ਹੈਂਪਸ਼ਾਇਰ ਤੇ ਵਰਮਾਉਂਟ ਜਿੱਥੇ ਸਿਰਫ 2 ਸਾਲ ਦੀ ਗਵਰਨਰ ਦੀ ਟਰਮ ਹੈ। ਵਰਜੀਨੀਆ ਦੇ ਵਿੱਚ 2 ਟਰਮਾਂ ਲਗਾਤਾਰ ਗਵਰਨਰ ਖੜ ਨਹੀਂ ਸਕਦਾ। ਅੱਛਾ ਜੀ। ਸੋ ਇੰਨਾ ਫਰਕ ਹੈ। ਇਸੇ ਤਰ੍ਹਾਂ ਹੀ ਸਟੇਟ ਲੈਜਿਸਲੇਟਿਵ ਦੇ ਵਿੱਚ ਨਿਊ ਹੈਂਪਸ਼ਾਇਰ ਦੇ ਵਿੱਚ ਲਾਰਜੈਸਟ ਨੰਬਰ ਆਫ ਲੈਜਿਸਲੇਟਰਸ ਨੇ 424 ਸਾਰੇ ਅਮਰੀਕਾ 'ਚ। ਹਾਲਾਂਕਿ ਉਹਨਾਂ ਦੀ ਪੋਪੂਲੇਸ਼ਨ ਸਾਰਿਆਂ ਨਾਲੋਂ ਜ਼ਿਆਦਾ ਨਹੀਂ ਹੈ ਤੇ ਸਾਰਿਆਂ ਨਾਲੋਂ ਘੱਟ ਨਬਰਾਸਕਾ ਦੇ ਵਿੱਚ ਸਿਰਫ 49 ਹੀ ਨੇ। ਨਬਰਾਸਕਾ ਦੇ ਵਿੱਚ ਇੱਕੋ ਹੀ ਚੈਂਬਰ ਆ, 2 ਚੈਂਬਰ ਨਹੀਂ ਹੈ। ਬਾਕੀ ਸਟੇਟਾਂ ਦੇ ਵਿੱਚ 2-2 ਚੈਂਬਰਸ ਨੇ। ਇੱਕ ਸਟੇਟ ਸੈਨੇਟ ਹੈ, ਇੱਕ ਸਟੇਟ ਦੇ ਹਾਊਸ ਦੇ ਰਿਪਰੈਜ਼ੈਂਟੇਟਿਵਸ ਨੇ। ਇਸੇ ਤਰ੍ਹਾਂ ਹੀ ਸੈਲਰੀਜ਼, ਕੈਲੀਫੋਰਨੀਆ ਦੇ ਵਿੱਚ $1,15,000 ਸੈਲਰੀ ਮਿਲਦੀ ਹੈ। ਨਿਊ ਮੈਕਸੀਕੋ 'ਚ 0 ਸੈਲਰੀ ਹੈ ਹਾਊਸ ਦੇ ਮੈਂਬਰਸ ਨੂੰ। ਅੱਛਾ। ਤੇ ਇਸੇ ਤਰ੍ਹਾਂ ਹੀ ਕਨਸਟੀਟਿਊਸ਼ਨ ਲਾ ਲਓ ਤੇ ਉਹ ਜੇ ਫਿਰ ਨਿਊ ਮੈਕਸੀਕੋ ਵਾਲੇ ਖੜਦੇ ਮਤਲਬ ਕਿਹੜੀ ਗੱਲੋਂ ਨੇ? ਪਾਵਰ ਉਹਨਾਂ ਕੋਲੇ ਜਾਂ ਕੰਟਰੀ ਦੀ ਸੇਵਾ ਕਰਨੀ ਚਾਹੁੰਦੇ ਆ, ਸਟੇਟ ਦੀ ਰਾਜ ਦੀ ਸੇਵਾ ਵਾਲਾ ਸਿਧਾਂਤ ਉੱਥੇ ਮਤਲਬ ਲਾਗੂ ਹੁੰਦਾ ਪੂਰਾ। ਅੱਛਾ, ਇੱਕੋ ਇੱਕ ਸਟੇਟ ਆ ਜਿੱਥੇ 0 ਸੈਲਰੀ? ਹਾਂਜੀ, ਮੈਨੂੰ ਤਾਂ ਇੱਕੋ ਦਾ ਹੀ ਪਤਾ ਤੇ ਸ਼ਾਇਦ ਕੋਈ ਹੋਰ ਵੀ ਹੋਵੇ। ਓਕੇ। ਤੇ ਇਸੇ ਤਰ੍ਹਾਂ ਹੀ ਕਨਸਟੀਟਿਊਸ਼ਨ ਨੇ ਜਿਹੜੇ ਸਟੇਟਸ ਦੇ। ਵਰਮਾਉਂਟ ਦਾ ਕਨਸਟੀਟਿਊਸ਼ਨ ਸਾਰਿਆਂ ਨਾਲੋਂ ਛੋਟਾ ਹੈ,
ਸਿਰਫ ਉਹ 'ਚ 8300 ਹੀ ਵਰਡ ਨੇ, 8300 ਵਰਡ ਦਾ ਹੀ ਛੋਟਾ ਜਿਹਾ ਕਨਸਟੀਟਿਊਸ਼ਨ ਹੈ। ਜਦ ਕਿ ਅਲਬਾਮਾ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਕਨਸਟੀਟਿਊਸ਼ਨ ਆ, ਉੱਥੇ 3,88,000 ਤੋਂ ਵੱਧ ਲਫ਼ਜ਼ ਨੇ ਕਨਸਟੀਟਿਊਸ਼ਨ ਦੇ ਵਿੱਚ। ਤੇ ਸੋ ਇਸੇ ਤਰ੍ਹਾਂ ਹੀ ਜੇ ਦੇਖਿਆ ਜਾਵੇ ਕਈ ਸਟੇਟਾਂ ਦੇ ਵਿੱਚ ਬਹੁਤ ਕੈਂਡੀਡੇਟਾਂ ਨੂੰ ਚੁਣਿਆ ਜਾਂਦਾ, ਹੋਰ ਸਾਰੀਆਂ ਪੋਜੀਸ਼ਨਾਂ ਨੇ, ਜਿਵੇਂ ਐਰੀਜ਼ੋਨਾ ਦੇ ਵਿੱਚ ਈਵਨ ਮਾਈਨ ਇੰਸਪੈਕਟਰ ਚੁਣੇ ਜਾਂਦੇ ਨੇ, ਐਰੀਜ਼ੋਨਾ ਦੇ ਵਿੱਚ ਰੇਲ ਰੋਡ ਕਮਿਸ਼ਨ ਦੇ ਅਥਾਰਟੀਆਂ ਚੁਣੀ ਜਾਂਦੀਆਂ, ਭਾਵੇਂ ਰੇਲ ਰੋਡ ਦੇ ਉੱਤੇ ਉਹਨਾਂ ਦਾ ਕੋਈ ਕੰਮ ਨਹੀਂ ਕਰਨਾ ਉਹਨਾਂ ਨੇ, ਉਹਨਾਂ ਦਾ ਕੰਮ ਆ ਜਿਹੜਾ ਆਇਲ ਤੇ ਗੈਸ ਇੰਡਸਟਰੀ ਦੇ ਉੱਤੇ ਹੀ ਹੈ। ਸੋ ਇਸ ਤਰ੍ਹਾਂ ਕਾਫੀ ਡਿਫਰੈਂਸਸ ਨੇ ਅਮਰੀਕਾ ਦੇ ਵਿੱਚ ਸਟੇਟ ਟੂ ਸਟੇਟ। ਹਾਂਜੀ, ਅੱਛਾ ਲਾਸਟ 1 ਮਿੰਟ ਦੇ ਵਿੱਚ ਆਪਾਂ ਜੇ ਇਸ਼ੂਜ਼ ਦੇ ਉੱਤੇ ਥੋੜੀ ਜੀ ਗੱਲ ਕਰ ਲਈਏ ਕਿ ਮੋٹے ਕਿਹੜੇ ਰਹਿਣ ਵਾਲੇ ਨੇ। ਹਾਂਜੀ, ਦੇਖੋ ਮੇਨ ਇਸ਼ੂਜ਼ ਨੇ ਜਿਹੜੇ, ਪਹਿਲੀ ਸਾਰਿਆਂ ਤੋਂ ਵੱਡਾ ਦਾ ਇਸ਼ੂ ਇਕਨੋਮੀ ਦਾ, ਕਿਉਂਕਿ ਇਨਫਲੇਸ਼ਨ 40 ਸਾਲਾਂ ਦੇ ਵਿੱਚ ਸਾਰਿਆਂ ਨੂੰ ਵੱਧ ਹੈ। 82% ਲੋਕ ਫਿਕਰਮੰਦ ਨੇ ਇਨਫਲੇਸ਼ਨ ਨੂੰ ਲੈ ਕੇ। ਇਸ ਤੋਂ ਬਾਅਦ ਰਿਪਰੋਡਕਟਿਵ ਰਾਈਟਸ, ਅਬੋਰਸ਼ਨ ਨੂੰ ਲੈ ਕੇ, ਉਹਦੇ 'ਚ ਅਮਰੀਕਾ ਬਿਲਕੁਲ ਡਿਵਾਈਡਡ ਹੈ ਤੇ ਇਹ ਬੜਾ ਵੱਡਾ ਇੰਪੋਰਟੈਂਟ ਇਸ਼ੂ ਹੈ। ਇਸ ਤੋਂ ਬਿਨਾਂ ਡੈਮੋਕ੍ਰੇਸੀ ਦਾ ਫਿਊਚਰ, ਕਿਉਂਕਿ ਇੱਕ ਟੌਕਸਿਕ এনवायरमेंट ਪੈਦਾ ਹੋਇਆ, ਇਸ ਕਰਕੇ ਡੈਮੋਕ੍ਰੇਸੀ ਅਮਰੀਕਾ ਦੀ ਖਤਰੇ 'ਚ ਹੈ। ਪਿੱਛੇ ਜੇ ਟੈਕਸਾਸ ਸਟੇਟ ਨੇ ਅਨਾਉਂਸ ਕੀਤਾ ਸੀ, ਜਾਂ ਉਹਨਾਂ ਨੇ ਇੱਕ ਮੁੱਦਾ ਪਾਸ ਕੀਤਾ ਸੀ ਸਟੇਟ ਲੈਜਿਸਲੇਚਰ ਦੇ ਵਿੱਚ, ਕਿ ਟੈਕਸਾਸ ਅਮਰੀਕਾ ਨਾਲੋਂ ਸੈਪਰੇਟ ਹੋ ਜਾਏ, ਵੱਖਵਾਦੀ ਜੀ। ਸੋ ਉਹ ਇੱਕ ਬੜਾ ਇੰਪੋਰਟੈਂਟ ਇਸ਼ੂ ਸੀ। ਇਸ ਤੋਂ ਬਿਨਾਂ ਇਮੀਗ੍ਰੇਸ਼ਨ ਦਾ ਇਸ਼ੂ ਇੰਪੋਰਟੈਂਟ ਹੈ, ਫਿਰ ਡੋਮੈਸਟਿਕ ਤੇ ਫੋਰਨ ਇਸ਼ੂਜ਼ ਇੰਪੋਰਟੈਂਟ ਨੇ, ਉਹਨਾਂ ਦੇ ਉੱਤੇ ਕੀ ਹੋਣਾ। ਸੋ ਇਸ ਕਰਕੇ ਇਸ ਵੇਲੇ ਇਦਾਂ ਲੱਗ ਰਿਹਾ ਕਿ ਅਮਰੀਕਾ ਕਾਫੀ ਡਿਵਾਈਡਡ ਹੈ, ਪੋਲਰਾਈਜ਼ਡ ਹੈ। ਬਿਲਕੁਲ ਠੀਕ ਹੈ ਜੀ। ਕੈਨੇਡੀਅਨ ਹੈਲਥ ਸਿਸਟਮ ਦੇ ਉੱਤੇ ਥੋੜੀ ਜਿਹੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਅਪਡੇਟ ਆ ਗਰੇਵਾਲ ਸਾਹਿਬ, ਉਸ ਤੋਂ ਚੱਲਦੇ ਹਾਂ ਆਪਾਂ। ਹੈਲਥ ਮਿਨਿਸਟਰਸ ਦੀ ਮੀਟਿੰਗ ਆ ਜੀ। ਹਾਂਜੀ, ਇਹ ਮੀਟਿੰਗ ਕਦੋਂ ਹੋਣੀ ਆ ਤੇ ਕਿੱਥੇ ਹੋਣੀ ਆ, ਤੇ ਕੀ ਸਾਰਿਆਂ ਸੂਬਿਆਂ ਦੇ ਹੈਲਥ ਮਿਨਿਸਟਰਸ ਇਕੱਠੇ ਹੋਣਗੇ? ਹਾਂ, ਦੇਖੋ ਇਸ ਹਫਤੇ ਕੈਨੇਡਾ ਦੇ ਸਾਰੇ ਹੈਲਥ ਮਿਨਿਸਟਰ ਇਕੱਠੇ ਹੋ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਅੱਛਾ ਜੀ। ਫੈਡਰਲ ਹੈਲਥ ਮਿਨਿਸਟਰ ਤੇ ਸਾਰੇ ਪ੍ਰੋਵਿੰਸਿਸ ਤੇ ਟੈਰੀਟਰੀਜ਼ ਤੋਂ, ਕਿਉਂਕਿ ਜਿਹੜੇ ਪ੍ਰੋਵਿੰਸ ਤੋਂ ਹੈਲਥ ਮਿਨਿਸਟਰ ਨੇ ਉਹ ਡਿਮਾਂਡ ਕਰ ਰਹੇ ਨੇ, ਸਾਰੇ ਪ੍ਰੋਵਿੰਸਿਸ ਡਿਮਾਂਡ ਕਰ ਰਹੇ ਨੇ ਫੈਡਰਲ ਗਵਰਨਮੈਂਟ ਤੋਂ ਕਿ ਪੈਸੇ ਵੱਧ ਦਿਓ, ਕਿਉਂਕਿ ਫੈਡਰਲ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ ਪ੍ਰੋਵਿੰਸਿਸ ਨੂੰ ਪੈਸੇ ਦੇਣੇ, ਤੇ ਪ੍ਰੋਵਿੰਸਿਸ ਦੀ ਰਿਸਪੌਂਸਿਬਿਲਿਟੀ ਹੈ ਹੈਲਥ ਕੇਅਰ ਨੂੰ ਐਡਮਿਨਿਸਟਰ ਕਰਨਾ। ਕੋਵਿਡ ਤੋਂ ਬਾਅਦ, ਕੋਵਿਡ ਤੋਂ ਪਹਿਲਾਂ ਐਕਚੁਅਲੀ, ਜਾਂ ਕੋਵਿਡ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕੋਵਿਡ ਤੋਂ ਬਾਅਦ, ਕਿਉਂਕਿ ਕੋਵਿਡ ਦੇ ਨਾਲ ਵਰਕਲੋਡ ਜ਼ਿਆਦਾ ਪੈ ਗਿਆ ਹਸਪੀਟਲਾਂ ਦੇ ਉੱਤੇ, ਤੇ ਉਹਦੇ ਨਾਲ ਹਸਪੀਟਲਸ ਦਾ ਖਰਚਾ ਵੱਧ ਗਿਆ, ਪ੍ਰੋਵਿੰਸਿਸ ਦਾ ਹੈਲਥ ਕੇਅਰ ਦਾ ਖਰਚਾ ਵੱਧ ਗਿਆ, ਲੋਕਾਂ ਨੂੰ ਵੀ ਸਫਰ ਕਰਨਾ ਪਿਆ। ਉਹਨਾਂ ਨੇ ਕਿਹਾ ਸੀਗਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਹ ਕੁਝ ਪੈਸੇ ਦੇਣਗੇ, ਪਰ ਉਹਨਾਂ ਨੇ ਉਹ ਪੈਸੇ ਦਿੱਤੇ ਨਹੀਂ, ਤੇ ਉਲਟਾ ਜਿਹੜੀ ਹੈਲਥ ਮਿਨਿਸਟਰ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਸੀ, ਉਹ ਬੈਠਕ ਦੇ ਵਿੱਚ ਵੀ ਆਪਦੀ ਵਿਲਿੰਗਨੈਸ ਸ਼ੋ ਨਹੀਂ ਕੀਤੀ। ਤੇ ਇਸ ਕਰਕੇ ਜਿਹੜੀ ਪੈਂਡੈਮਿਕ ਤੋਂ ਬਾਅਦ ਪੈਸੇ ਦੇਣ ਵਾਲੀ ਗੱਲ ਹੈ, ਉਹਨੂੰ ਲੈ ਕੇ ਹੈਲਥ ਮਿਨਿਸਟਰ ਸਾਰੇ ਡਿਮਾਂਡ ਕਰ ਰਹੇ ਨੇ ਕਿ ਵੱਧ ਪੈਸੇ ਦਿੱਤੇ ਜਾਣ। ਅੱਛਾ, ਇਹ ਹੁਣ ਜਿਹੜੀ ਮੀਟਿੰਗ ਆ, ਇਹਦੇ ਵਿੱਚ ਕੀ ਇਹ ਡਿਮਾਂਡ ਸਿਰਫ ਪੈਸਿਆਂ ਦੀ ਹੋਏਗੀ, ਕਿ ਇਹਨੂੰ ਨਾਲ ਕੋਈ ਫੈਡਰਲ ਤੋਂ ਕੋਈ ਲੀਡਰ ਜਾਂ ਕੋਈ ਫੈਡਰਲ ਮਿਨਿਸਟਰ ਵੀ ਨਾਲ ਜੁੜ ਰਹੇ ਨੇ ਹਿੱਸਾ, ਕਿ ਇੰਡੀਵਿਜੂਅਲੀ ਇਕੱਲੇ ਜੇ ਸਟੇਟ ਦੇ ਜਾਂ ਸੂਬਿਆਂ ਦੇ ਹੈਲਥ ਮਿਨਿਸਟਰ ਹੀ ਕਰ ਰਹੇ ਆ? ਦੇਖੋ, ਜਿਹੜੇ ਸੂਬਿਆਂ ਦੇ ਹੈਲਥ ਮਿਨਿਸਟਰ ਨੇ ਉਹ ਮੀਟਿੰਗ ਕਰਕੇ ਪ੍ਰਾਈਮ ਮਿਨਿਸਟਰ ਨੂੰ ਪੈਸਿਆਂ ਦੇ ਲਈ ਬੇਨਤੀ ਕਰਨਗੇ। ਕੈਨੇਡਾ ਦੇ ਹੈਲਥ ਮਿਨਿਸਟਰ ਨੇ ਕਿਹਾ ਕਿ ਉਹ ਪ੍ਰੋਵਿੰਸ ਦੇ ਨਾਲ ਉਹਨਾਂ ਦੇ ਸਾਥੀ ਨੇ, ਆਪਣੀ ਇੰਟੈਂਟ ਦਾ ਸ਼ੋਅ ਕਰ ਰਹੇ ਨੇ, ਪਰ ਪ੍ਰਧਾਨ ਮੰਤਰੀ ਵੱਲੋਂ ਕੋਈ ਬਿਆਨ ਨਹੀਂ ਆਇਆ। ਦੇਖਿਆ ਜਾਵੇ ਤਾਂ ਰੀਸੈਂਟਲੀ ਫੈਡਰਲ ਟਰਾਂਸਫਰ ਟੂ ਪ੍ਰੋਵਿੰਸਿਸ ਜਿਹੜਾ ਇਹ ਅਮਾਊਂਟ ਹੈ, ਇਹ 45.2 ਬਿਲੀਅਨ ਡਾਲਰ ਦਿੱਤੇ ਗਏ ਨੇ, ਜਿਹੜੇ ਪੈਸੇ ਆਏ ਨੇ ਫੈਡਰਲ ਵੱਲੋਂ ਸੂਬਿਆਂ ਨੂੰ। ਹਾਂਜੀ, 45.2 ਬਿਲੀਅਨ ਡਾਲਰ। ਇਹ 1 ਸਾਲ ਦਾ ਕਿ 1 ਸਾਲ ਦਾ? 1 ਸਾਲ ਦਾ। ਤੇ ਉਹਦੇ ਵਿੱਚ 2 ਬਿਲੀਅਨ ਡਾਲਰ ਫੈਡਰਲ ਗਵਰਨਮੈਂਟ ਨੇ ਪਹਿਲਾਂ ਨਾਲੋਂ ਵੱਧ ਐਡ ਕੀਤੇ ਨੇ, ਤੇ ਜਿਹੜਾ ਕਿ 4.8% ਪਿਛਲੇ ਸਾਲ ਨਾਲੋਂ ਜ਼ਿਆਦਾ। ਪਰ ਜਿਹੜੇ ਪ੍ਰੀਮੀਅਰਸ ਨੇ ਜਾਂ ਹੈਲਥ ਮਿਨਿਸਟਰ ਨੇ, ਉਹ ਕਹਿ ਰਹੇ ਨੇ ਕਿ 5.2% ਵਧਾਉਣੇ ਚਾਹੀਦੇ ਨੇ। ਤੇ ਜੇ 5.2% ਵਧਾਉਂਦੇ ਆ ਤਾਂ ਉਹਦੇ ਨਾਲ ਹੋਰ ਪੈਸੇ ਪ੍ਰੋਵਿੰਸਿਸ ਨੂੰ ਦੇਣੇ ਬਣਦੇ ਨੇ। ਅੱਛਾ, ਇਹ 45 ਕੁੱਲ ਆਇਆ ਜਿਹੜਾ ਅੱਗੇ ਫਿਰ ਬਾਅਦ ਚੋਂ ਅੱਗੇ ਸੂਬਿਆਂ ਨੂੰ ਐਲੋਕੇਟ ਕੀਤਾ ਜਾਂਦਾ? ਹਾਂਜੀ, ਸੂਬਿਆਂ ਨੂੰ ਐਲੋਕੇਟ ਕੀਤਾ ਜਾਂਦਾ ਪਰ ਕੈਪੀਟਾ ਦੇ ਬੇਸਿਸ ਤੇ, ਤੇ ਪਲੱਸ ਜਿਹੜੀ GDP ਦੀ ਗਰੋਥ ਆ ਉਹਨੂੰ ਲੈ ਕੇ ਫਾਰਮੂਲਾ ਇੱਕ ਹੈ, ਉਸ ਫਾਰਮੂਲੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਨੇ। ਅੱਛਾ, ਕੈਨੇਡੀਅਨ ਹੈਲਥ ਟਰਾਂਸਫਰ ਕੀ ਆ ਜਾਂਦਾ ਹੈ? ਕੈਨੇਡੀਅਨ ਹੈਲਥ ਟਰਾਂਸਫਰ ਇੱਕ ਉਹ ਮੈਕੈਨਿਜ਼ਮ ਹੈ ਜਿਹਦੇ ਨਾਲ ਐਨੂਅਲੀ ਕੈਲਕੂਲੇਟ ਕੀਤਾ ਜਾਂਦਾ ਹੈ ਕਿ ਇੱਕ ਪ੍ਰੋਵਿੰਸ ਨੂੰ ਕਿੰਨੇ ਪੈਸੇ ਫੈਡਰਲ ਗਵਰਨਮੈਂਟ ਨੇ ਦੇਣੇ ਨੇ। ਹੁਣ ਜੇ ਅਸੀਂ ਇਸ ਨੂੰ ਦੇਖੀਏ ਤਾਂ 45.2 ਬਿਲੀਅਨ ਡਾਲਰ ਪੈਸੇ ਦਿੱਤੇ ਗਏ, ਤੇ 70% ਕੈਨੇਡਾ ਦੇ ਵਿੱਚ ਜਿਹੜਾ ਹੈਲਥ ਕੇਅਰ ਦਾ ਖਰਚਾ
ਉਹ ਪਬਲਿਕ ਫੰਡਿੰਗ ਹੈ, ਗਵਰਨਮੈਂਟ ਦੀ ਫੰਡਿੰਗ ਹੈ ਤੇ ਇਹ ਤਕਰੀਬਨ ਪਿਛਲੇ 20 ਸਾਲ ਤੋਂ ਸਟੇਬਲ ਹੈ। ਓਕੇ। ਜਿਹੜੀ ਬਾਕੀ ਦੇ ਪੈਸੇ ਨੇ ਉਹ ਆਉਂਦੇ ਨੇ ਪ੍ਰਾਈਵੇਟ ਸੋਰਸਸ ਤੋਂ। ਜਿਵੇਂ ਪ੍ਰਾਈਵੇਟ ਸੋਰਸਸ ਨੇ ਜਿਵੇਂ ਆਊਟ ਆਫ ਪਾਕਟ ਸਪੈਂਡਿੰਗ ਹੈ ਤੇ ਜਾਂ ਫਿਰ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਨੇ। ਓਕੇ। ਕਿਉਂਕਿ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਲਈ ਹੁੰਦੀ ਹੈ ਤੇ ਜਦੋਂ ਤੁਸੀਂ ਕੋਈ ਟ੍ਰੀਟਮੈਂਟ ਕਰਦੇ ਹੋ ਤਾਂ ਇੰਸ਼ੋਰੈਂਸ ਪੇ ਕਰਦੀ ਹੈ, ਸੋ ਉੱਥੋਂ ਪੈਸੇ ਆਉਂਦੇ ਨੇ। ਜਿਹੜੀ ਇਹ ਪ੍ਰਪੋਰਸ਼ਨ ਹੈ ਕੈਨੇਡੀਅਨ ਹੈਲਥ ਟਰਾਂਸਫਰ ਦਾ, ਇਹ 21-22% ਤੇ ਹੈ। ਓਕੇ। ਜਦੋਂ ਕੈਨੇਡਾ ਦਾ ਹੈਲਥ ਐਕਟ ਬਣਾਇਆ ਗਿਆ ਤਾਂ ਉਸ ਟਾਈਮ ਤੇ 50-50 ਜਿਹੜੀ ਸਪੈਂਡਿੰਗ ਹੈ ਉਹ ਫੈਡਰਲ ਨੇ 50% ਤੇ 50% ਪ੍ਰੋਵਿੰਸਸ ਨੇ ਇਕੱਠੇ ਕਰਨੇ ਸੀ। ਤੇ ਜਦੋਂ ਅਸੀਂ ਦੇਖਦੇ ਹਾਂ ਬਾਕੀ ਦੇਸ਼ਾਂ ਵੱਲ, ਲੈਟਸ ਸੇ ਨਾਰਵੇ, ਸਵੀਡਨ, ਡੈਨਮਾਰਕ, ਆਈਸਲੈਂਡ, ਇਹ 85% ਪੈਸੇ ਜਿਹੜੇ ਨੇ ਉਹ ਪਬਲਿਕ ਫੰਡਿੰਗ ਤੋਂ ਆਉਂਦੇ ਨੇ। ਅੱਛਾ। ਕੈਨੇਡਾ 'ਚ ਮਤਲਬ 15% ਹੀ ਸਿਰਫ ਜਿਹੜੀ ਦਿੰਦੇਗਾ। ਹਾਂਜੀ। ਤੇ ਯੂਕੇ ਦੇ ਵਿੱਚ 78% ਫੈਡਰਲ ਗਵਰਨਮੈਂਟ ਤੋਂ ਆਉਂਦੇ, ਆਇਰਲੈਂਡ 'ਚ 75% ਆਉਂਦੇ ਨੇ, ਅਮਰੀਕਾ ਦੇ ਵਿੱਚ ਬਹੁਤ ਘੱਟ ਆਉਂਦੇ ਨੇ। ਅੱਛਾ। ਥੋੜਾ ਜਿਹਾ ਅਮਾਊਂਟ ਆਉਂਦਾ, ਬਾਕੀ ਪ੍ਰਾਈਵੇਟ ਹੈਲਥ ਕੇਅਰ ਹੈ। ਕਈ ਹੋਰ ਦੇਸ਼ ਨੇ ਜਿਨ੍ਹਾਂ ਦੇ ਵਿੱਚ ਬਿਲਕੁਲ ਹੀ ਪ੍ਰਾਈਵੇਟ ਹੈ, ਗਵਰਨਮੈਂਟ ਕੰਟਰੀਬਿਊਟ ਹੀ ਨਹੀਂ ਕਰਦੀ, ਜਿਵੇਂ ਸਲੋਵਾਕੀਆ ਦੇ ਵਿੱਚ, ਪੋਲੈਂਡ ਦੇ ਵਿੱਚ ਬਹੁਤ ਘੱਟ। ਪਰ ਕੈਨੇਡਾ ਦੇ ਵਿੱਚ ਹੁਣ ਅਕਸਰ ਹੀ ਜਿਹੜੀਆਂ ਆਵਾਜ਼ਾਂ ਪਿਛਲੇ ਸਮੇਂ ਦੇ ਵਿੱਚ ਦੇਖੀ ਦੀਆਂ ਕਿ ਲੋਕ ਵਾਕਈ 'ਚ ਸਤਾਏ ਪਏ ਹੈਲਥ ਸਿਸਟਮ ਦੇ। ਲੋਕਾਂ ਦੀਆਂ ਸਰਜਰੀਜ਼ ਲਾ ਲਓ, ਆਪਰੇਸ਼ਨਸ ਲਾ ਲਓ, ਨਾਰਮਲ ਐਮਰਜੈਂਸੀ ਵਿਜ਼ਿਟ ਲਾ ਲਓ। ਐਮਰਜੈਂਸੀ ਵਿਜ਼ਿਟ ਤੇ ਹੁਣ ਐਮਰਜੈਂਸੀ ਰਹਿ ਹੀ ਨਹੀਂ ਗਿਆ। ਹਾਂਜੀ। ਉਹ ਤੇ ਬਸ ਵੀ ਤੁਸੀਂ ਵਿਹਲੇ ਹੋ ਕੇ ਕੰਮਾਂ ਕਾਰਾਂ ਤੋਂ ਚੱਲ ਜਾਓ, ਤੁਹਾਡੀ 5-7-8-10 ਘੰਟਿਆਂ 'ਚ ਵਾਰੀ ਆ ਗਈ ਤਾਂ ਤੁਹਾਡੀ ਕਿਸਮਤ ਹੋਊਗੀ ਚੰਗੀ ਵੀ ਤੁਹਾਨੂੰ ਅੱਗੋਂ ਕਿਸੇ ਨੇ ਜਾਂਦਿਆਂ ਪੁੱਛ ਲਿਆ। ਪਰ ਹੁਣ ਜਿਹੜੀ ਇਸ ਲੈਵਲ ਦੀ ਇਹ ਗਿਰਾਵਟ ਹੀ ਕਹਿ ਲਈਏ ਇਸ ਹੈਲਥ ਸਿਸਟਮ ਦੇ ਵਿੱਚ, ਇਹਦੇ ਬਾਬਤ ਕੋਈ ਪ੍ਰੋਪਰ ਪਲਾਨ ਜਾਂ ਸਿਰਫ ਪੈਸਿਆਂ ਦੀ ਗੱਲ ਕਰਨੀ ਹੈ ਕਿ ਇਹਨੂੰ ਤੇਜ਼ੀ ਲਿਆਉਣ ਦੀ ਵੀ ਕੋਈ ਗੱਲ ਕਰਨੀ ਹੈ? ਦੇਖੋ, ਜਿਹੜੀ ਪੈਸੇ ਨੇ, ਪੈਸਿਆਂ ਦੇ ਨਾਲ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਇਕਵਿਪਮੈਂਟ ਬਾਈ ਕੀਤਾ ਜਾਂਦਾ, ਹੋਰ ਫੈਸਿਲਿਟੀਜ਼ ਨੇ ਜਿਹੜੀਆਂ ਹੈਲਥ ਕੇਅਰ ਦੀਆਂ ਬਾਈ ਕੀਤੀਆਂ ਜਾਂਦੀਆਂ ਨੇ। ਪਰ ਕੈਨੇਡਾ ਦੇ ਵਿੱਚ ਦੇਖਿਆ ਜਾਵੇ ਤਾਂ ਪਾਪੂਲੇਸ਼ਨ 3.09% ਗਰੋ ਕੀਤੀ ਹੈ 97-98 ਤੋਂ ਲੈ ਕੇ ਹੁਣ ਤਾਈਂ। ਤੇ ਜਿਹੜਾ ਕੈਨੇਡੀਅਨ ਹੈਲਥ ਟਰਾਂਸਫਰ ਨੇ ਉਹ 12 ਪੁਆਇੰਟ ਦਿੱਤੇ ਗਏ ਨੇ। ਠੀਕ ਹੈ ਜੀ। ਪਰ ਦੂਸਰੇ ਪਾਸੇ ਜਿਹੜੀ ਵੇਟ ਟਾਈਮ ਆ ਉਹ ਇੰਪਰੂਵ ਨਹੀਂ ਹੋਇਆ। ਤੁਸੀਂ ਹੁਣ ਵੇਟ ਦੀ ਗੱਲ ਕੀਤੀ ਹੈ, ਇੱਕ ਜੇ ਅਸੀਂ ਦੇਖੀਏ ਸੀਟੀ ਸਕੈਨ, ਉਹਦਾ ਵੇਟ ਪੀਰੀਅਡ ਪਹਿਲਾਂ ਨਾਲੋਂ ਵੱਧ ਗਿਆ, MRI ਸਕੈਨ ਉਹ ਵੱਧ ਗਿਆ, ਅਲਟਰਾਸਾਊਂਡ ਸਕੈਨ ਉਹ ਵੱਧ ਗਏ। ਸਪੈਸ਼ਲਿਸਟ ਕੇਅਰ, ਜਦੋਂ ਇੱਕ ਜਨਰਲ ਫਿਜ਼ੀਸ਼ੀਅਨ ਰਿਕਮੈਂਡ ਕਰ ਦਿੰਦਾ ਸਪੈਸ਼ਲਿਸਟ ਦੇ ਕੋਲ, ਤਾਂ ਉਹ ਪੀਰੀਅਡ ਆ ਜਿਹੜਾ ਉਹ ਵੀ ਬੜਾ ਵੱਧ ਗਿਆ, ਲੰਬਾ, ਵੱਧ ਵੇਟ ਕਰਨਾ ਪੈਂਦਾ। ਇਸੇ ਤਰ੍ਹਾਂ ਹੀ ਜਦੋਂ ਸਪੈਸ਼ਲਿਸਟ ਰੈਫਰ ਕਰਦਾ ਜਨਰਲ ਪ੍ਰੈਕਟੀਸ਼ਨਰ ਨੂੰ, ਉਹ 73% ਪਹਿਲਾਂ ਨਾਲੋਂ ਵੱਧ ਗਿਆ ਵੇਟਿੰਗ ਪੀਰੀਅਡ। ਇਸੇ ਤਰ੍ਹਾਂ ਹੀ ਟ੍ਰੀਟਮੈਂਟ ਰਿਸੀਵ ਕਰਨਾ, ਜਦੋਂ ਤੁਹਾਨੂੰ ਅਪੁਆਇੰਟਮੈਂਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਟ੍ਰੀਟਮੈਂਟ ਹੋਣਾ, ਤੇ ਉਹ ਵੀ ਟਾਈਮ ਵਧੀ ਜਾਂਦਾ। ਕਹਿਣ ਦਾ ਭਾਵ ਕਿ ਡਾਕਟਰਾਂ ਦੀ ਸ਼ਾਰਟੇਜ, ਨਰਸਿਸ ਦੀ ਸ਼ਾਰਟੇਜ, ਬਿਲਕੁਲ ਨਵੇਂ ਬੰਦੇ ਲਈ ਆ ਕੇ ਫੈਮਿਲੀ ਡਾਕਟਰ ਲੱਭਣਾ ਇੱਕ ਬਹੁਤ ਵੱਡਾ ਟਾਸਕ ਬਣ ਗਿਆ ਜੀ ਅੱਜ ਦੇ ਸਮੇਂ। ਬਿਲਕੁਲ। ਇੱਕ ਔਰਤ ਨੇ ਵਿਕਟੋਰੀਆ ਦੇ ਵਿੱਚ ਐਡਵਰਟਾਈਜ਼ਮੈਂਟ ਪਾਈ ਕਿ ਉਹਨਾਂ ਦਾ ਡਾਕਟਰ ਰਿਟਾਇਰ ਹੋ ਗਿਆ ਤੇ ਉਸ ਔਰਤ ਦੇ ਹਸਬੈਂਡ ਨੂੰ ਕੋਈ ਜ਼ਰੂਰੀ ਦਵਾਈ ਚਾਹੀਦੀ ਸੀ ਤੇ ਉਹ ਦਵਾਈ ਲੈਣ ਦੇ ਲਈ ਉਹਨੇ ਐਡ ਪਾਈ ਅਖਬਾਰ ਦੇ ਵਿੱਚ ਕਿ ਜੇ ਕੋਈ ਮੇਰੇ ਡਾਕਟਰ ਨੂੰ ਰਿਕਮੈਂਡ ਕਰਦੇ ਤਾਂ ਮੈਂ ਉਹਨੂੰ ਇੰਨੇ ਪੈਸੇ ਦੇਵਾਂਗੀ। ਤੇ ਫਿਰ ਇਸ ਤਰੀਕੇ ਨਾਲ ਉਦੋਂ ਬਾਅਦ ਫਿਰ ਹੁਣ ਕੈਨੇਡਾ ਦੇ ਹੈਲਥ ਮਿਨਿਸਟਰ, ਬ੍ਰਿਟਿਸ਼ ਕੋਲੰਬੀਆ ਦੇ ਹੈਲਥ ਮਿਨਿਸਟਰ ਨੇ ਇੱਕ ਸੋਲਿਡ ਸਟੈਪ ਲਿਆ ਕਿ ਡਾਕਟਰਾਂ ਦੀਆਂ ਤਨਖਾਹਾਂ ਵਧਾਈਆਂ ਨੇ 3,25,000 ਤਾਂ ਕਿ ਵੱਧ ਡਾਕਟਰ ਲਿਆਂਦੇ ਜਾ ਸਕਣ। 1,35,000 ਉਹਨਾਂ ਦਾ ਪਹਿਲਾਂ ਨਾਲੋਂ ਵੱਧ। 3,25 ਕਿ 3,85? 3 ਮੇਰੇ ਖਿਆਲ ਹੈ 25 ਹੈ ਸ਼ਾਇਦ, ਪਰ 3,85 ਸੌਰੀ, ਥੈਂਕ ਯੂ ਫਾਰ ਕਰੈਕਟਿੰਗ। 3,85,000। ਹਾਂ, 1,35,000 ਕਲੋਜ਼ ਟੂ ਅਲਬਰਟਾ ਪਹੁੰਚ ਗਏ ਨਾ ਹੁਣ। ਹਾਂਜੀ। ਅਲਬਰਟਾ ਵਿੱਚ ਇਸ ਗੱਲ ਦੀ ਹੋਰ ਹੀ ਇੱਕ ਨਵੀਂ ਚਰਚਾ ਛਿੜੀ ਹੈ ਕਿਉਂਕਿ ਹੁਣ ਡਾਕਟਰਸ ਜਿਹੜੇ ਨੇ, ਅੱਗੇ ਫਰਕ ਬਹੁਤ ਸੀਗਾ ਕਿ ਮੇਰੇ ਖਿਆਲ $2.5 ਲੱਖ ਤੋਂ ਚੁੱਕ ਕੇ 3,85 ਕੀਤੀ ਹੈ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਅਲਬਰਟਾ 'ਚ ਆਲਰੇਡੀ ਕਲੋਜ਼ ਟੂ ਇਹੀ ਸੀਗੀ ਪਹਿਲੀ ਤਨਖਾਹ। ਤੇ ਹੁਣ ਡਾਕਟਰਸ ਦੇ ਉਧਰੋਂ ਇੱਧਰ ਆਉਣ ਦੀਆਂ ਚਰਚਾਵਾਂ ਵੀ ਨਾਲ ਚੱਲਦੀਆਂ ਨੇ। ਅਲਬਰਟਾ ਦੇ ਵਿੱਚ ਵੀ ਚਰਚਾ ਚੱਲ ਗਈ ਆ ਵੀ ਉਹ ਵੀ ਗਾਂ ਤੋਂ ਗਾਂ ਹੁਣ ਸ਼ਾਇਦ ਵਧਾਉਣ। ਹਾਂ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਸੇ ਤਰ੍ਹਾਂ ਹੀ ਜੇ ਦੇਖਿਆ ਜਾਵੇ ਤਾਂ ਬਾਕੀ ਦੇ ਪ੍ਰੋਵਿੰਸਿਸ ਦੇ ਵਿੱਚ ਵੀ ਬੜਾ ਵੇਟ ਟਾਈਮ ਹੈ। ਨੋਵਾ ਸਕੋਸ਼ੀਆ 'ਚ 11% ਪਾਪੂਲੇਸ਼ਨ ਵੇਟ ਕਰਦੀ ਹੈ, ਛੋਟਾ ਜਿਹਾ ਪ੍ਰੋਵਿੰਸ, ਫਿਰ ਵੀ 11% ਪਾਪੂਲੇਸ਼ਨ ਵੇਟਿੰਗ ਲਿਸਟ ਦੇ ਉੱਤੇ ਹੈ। ਕੁਬੈਕ ਦੇ ਵਿੱਚ 8 ਲੱਖ ਲੋਕ ਵੇਟਿੰਗ ਪੀਰੀਅਡ ਦੇ ਵਿੱਚ ਨੇ। ਓਨਟਾਰੀਓ 'ਚ 1.8 ਮਿਲੀਅਨ ਲੋਕ ਵੇਟ ਕਰਦੇ ਨੇ। ਡਾਕਟਰਾਂ ਤੇ ਨਰਸਾਂ ਦੀ ਰੇਸ਼ੋ ਜਿਹੜੀ ਹੈ ਉਹ ਬੜੀ ਡਿਟੀਰੀਓਰੇਟ ਹੋਈ ਹੈ। ਨਰਸਾਂ ਦੀ ਰੇਸ਼ੋ ਪਹਿਲਾਂ ਨਾਲੋਂ ਵੀ ਘਟੀ ਹੈ। ਸੋ ਇਸ ਕਰਕੇ
ਹੈਲਥ ਕੇਅਰ ਸਿਸਟਮ ਬੜੀ ਵੱਡੀ ਪ੍ਰੋਬਲਮ ਦੇ ਵਿੱਚ ਹੈ। ਜੇ ਹੁਣ ਇਹਨੂੰ ਨਾ ਠੀਕ ਕੀਤਾ ਗਿਆ ਤਾਂ ਇਹ ਪਹਿਲਾਂ ਨਾਲੋਂ ਹੋਰ ਵੀ ਭੈੜੀ ਹਾਲਤ ਦੇ ਵਿੱਚ ਪਹੁੰਚ ਜਾਏਗਾ। ਅੱਛਾ, ਕੈਨੇਡੀਅਨ ਹੈਲਥ ਐਕਟ ਜਿਹੜਾ ਹੈ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਬਹੁਤੀ ਯਾਰੀ ਵੀ ਕਿਵੇਂ ਕਿਸ ਢੰਗ ਤਰੀਕੇ ਨਾਲ ਸਿਸਟਮ ਚੱਲਦਾ ਇੱਥੇ ਹੈਲਥ ਦੇ ਵਿੱਚ, ਕੀ ਉਹਨਾਂ ਦੀਆਂ ਰਾਈਟਸ ਆਉਂਦੀਆਂ ਨੇ, ਕੀ ਅਧਿਕਾਰ ਨੇ, ਕਿੱਥੇ ਉਹਨਾਂ ਨੂੰ ਜਾ ਕੇ ਥੋੜਾ ਜਿਹਾ ਸਫਰ ਕਰਨਾ ਪੈ ਸਕਦਾ। ਹੈਲਥ ਐਕਟ ਕੀ ਕਹਿੰਦਾ ਕੈਨੇਡਾ ਦਾ? ਕੈਨੇਡਾ ਦਾ ਹੈਲਥ ਐਕਟ 1984 ਤੋਂ ਜੇ ਦੇਖੀਏ ਤਾਂ ਉਹਨਾਂ ਦਾ ਗੋਲ ਕੀ ਸੀਗਾ? ਗੋਲ ਇਹ ਸੀਗਾ ਪ੍ਰੋਟੈਕਟ, ਪ੍ਰਮੋਟ ਐਂਡ ਰਿਸਟੋਰ ਫਿਜ਼ੀਕਲ ਐਂਡ ਮੈਂਟਲ ਹੈਲਥ ਬੀਇੰਗ ਆਫ ਕੈਨੇਡੀਅਨਸ। ਅੱਛਾ, ਠੀਕ ਹੈ। ਉਹਨੂੰ ਕਰਨ ਦੇ ਲਈ ਸੈਕਸ਼ਨ 3 ਆ ਜਿਹੜਾ, ਉਹਨੇ 5 ਕ੍ਰਾਈਟੇਰੀਆ ਦੱਸੇ ਹੋਏ ਨੇ। ਓਕੇ। ਉਹ ਨੇ ਪਬਲਿਕਲੀ ਐਡਮਿਨਿਸਟਰ ਹੈ ਕੈਨੇਡਾ ਦਾ ਹੈਲਥ ਕੇਅਰ ਸਿਸਟਮ, ਭਾਵ ਨਾਨ ਪ੍ਰੋਫਿਟ ਬੇਸਿਸ ਤੇ। ਓਕੇ। ਪ੍ਰੋਫਿਟ ਨਹੀਂ ਵਿੱਚੋਂ ਲੈ ਸਕਦੇ। ਫਿਰ ਦੂਸਰਾ ਹੈ ਕਿ ਕੰਪਰੀਹੈਂਸਿਵ ਸਿਸਟਮ ਹੈ। ਉਹਦਾ ਮਤਲਬ ਇਹ ਹੈ ਕਿ ਜਿਹੜੀਆਂ ਇਨਸ਼ੋਰਡ ਹੈਲਥ ਸਰਵਿਸਿਜ਼ ਨੇ ਉਹ ਸਾਰੀਆਂ ਦਿੱਤੀਆਂ ਜਾਣਗੀਆਂ। ਓਕੇ। ਤੀਸਰਾ ਹੈ ਯੂਨੀਵਰਸਲ ਹੈ। ਉਹਦਾ ਮਤਲਬ ਇਹ ਹੈ ਕਿ ਸਾਰੇ ਰੈਜ਼ੀਡੈਂਟਸ ਨੂੰ ਸੇਮ ਟਾਈਪ ਦਾ ਹੈਲਥ ਕੇਅਰ ਦਿੱਤਾ ਜਾਊਗਾ ਜੀ। ਚੌਥਾ ਹੈ ਕਿ ਪੋਰਟੇਬਲ ਹੈ। ਉਹਦਾ ਮਤਲਬ ਇਹ ਹੈ ਕਿ ਇੱਕ ਪ੍ਰੋਵਿੰਸ ਦੇ ਵਿੱਚ ਰੈਜ਼ੀਡੈਂਸੀ ਜਿਹੜੀ ਆ ਵੇਟਿੰਗ ਪੀਰੀਅਡ ਆ ਉਹ 3 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ 'ਚ ਗਏ ਹੋ। ਤੇ ਫਾਈਨਲੀ ਇਹ ਐਕਸੈਸੀਬਲ ਹੈ, ਸਾਰਿਆਂ ਨੂੰ ਐਕਸੈਸੀਬਲ ਹੋਣਾ ਚਾਹੀਦਾ। ਪਰ ਹੈਰਾਨੀ ਦੀ ਗੱਲ ਹੈ ਕਿ 5 ਜਿਹੜੇ ਕ੍ਰਾਈਟੇਰੀਆ ਨੇ ਪ੍ਰੋਪਰਲੀ ਮੀਟ ਨਹੀਂ ਹੁੰਦੇ। ਕੈਨੇਡਾ ਦੀ ਫੈਡਰਲ ਗਵਰਨਮੈਂਟ ਕੋਲੇ ਅਥਾਰਟੀ ਹੈ ਕਿ ਉਹਨਾਂ ਨੇ ਕਿਹੜੇ ਪ੍ਰੋਵਿੰਸ ਦੇ ਨਾਲ ਡੀਲ ਬਣਾਉਣੀ ਹੈ, ਕਿਹੜੇ ਨਾਲ ਨਹੀਂ ਬਣਾਉਣੀ ਹੈਲਥ ਕੇਅਰ ਦੀ। ਉਹਨਾਂ ਦਾ ਆਪਣਾ ਕ੍ਰਾਈਟੇਰੀਆ ਸੈਟਲ ਕੀਤਾ ਹੋਇਆ। ਸੋ ਇਹ ਜਿਹੜਾ ਫਾਰਮੂਲੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਨੇ, ਜਿਹਨੂੰ ਕੈਨੇਡਾ ਹੈਲਥ ਐਕਟ ਮੋਨੀਟਰ ਕਰਦਾ। ਕਿਰਲ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ ਅੱਜ ਵਾਸਤੇ ਵਿਸ਼ੇਸ਼ ਜਾਣਕਾਰੀਆਂ, ਪਹਿਲਾਂ US ਇਲੈਕਸ਼ਨਸ ਦੀਆਂ, ਫਿਰ ਕੈਨੇਡੀਅਨ ਹੈਲਥ ਸਿਸਟਮ ਬਾਰੇ। ਥੈਂਕ ਯੂ ਸੋ ਮਚ ਅੱਜ ਲਈ। ਸਤਿ ਸ਼੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਵੱਲੋਂ ਇੰਨਾ ਹੀ ਜੀ। ਹੁਣ ਮੈਨੂੰ ਜੋਗਰਾਜ ਸਿੰਘ ਕਾਲਾ ਨੂੰ ਵੀ ਦਿਆ ਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।